ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਵਾਰਡ ਅਟੈਂਡੈਂਟ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਅੱਗੇ ਕੁਝ ਸਟੈਟਿਕ ਕੁਐਸਚਨ ਡਿਸਕਸ ਕਰਾਂਗੇ। ਮਿਕਸ ਕੁਐਸਚਨਸ ਹੋਣਗੇ ਜਿਸ ਦੇ ਵਿੱਚ ਹਿਸਟਰੀ ਹੋ ਗਈ, ਜੀਓਗ੍ਰਾਫੀ ਹੋ ਗਈ। ਇਸ ਤਰੀਕੇ ਦੇ ਕੁਐਸਚਨਸ ਪਲੱਸ ਪੰਜਾਬ ਜੀਕੇ ਦੇ ਵੀ ਕੁਝ ਕੁਐਸਚਨਸ ਨੇ, ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। 100 ਕੁਐਸਚਨ ਦੀ ਆਪਣੀ ਹਰ ਰੋਜ਼ ਆਪਾਂ ਕਲਾਸ ਲੈ ਕੇ ਆ ਰਹੇ ਹਾਂ, ਤਾਂ ਅੱਜ ਵੀ 100 ਕੁਐਸਚਨਸ ਹੋਣਗੇ। ਆਪਾਂ ਡਿਸਕਸ਼ਨ ਕਰਾਂਗੇ। ਸਟਾਰਟ ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਵਟਸਐਪ, ਟੈਲੀਗ੍ਰਾਮ, ਫੇਸਬੁੱਕ, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਇਸ ਤੋਂ ਇਲਾਵਾ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ। ਆਪਾਂ ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ ਸ਼ਹਿਰੀ ਸਥਾਨਕ ਪ੍ਰਬੰਧ ਕਿੰਨੇ ਪ੍ਰਕਾਰ ਦਾ ਹੈ? ਸ਼ਹਿਰੀ ਸਥਾਨਕ ਪ੍ਰਬੰਧ ਹੈ ਜਿਹੜਾ, ਇਹ ਕਿੰਨੇ ਪ੍ਰਕਾਰ ਦਾ ਹੈ? ਇਹ 3 ਪ੍ਰਕਾਰ ਦਾ ਹੈ। ਸ਼ਹਿਰੀ ਸਥਾਨਕ ਪ੍ਰਬੰਧ 3 ਪ੍ਰਕਾਰ ਦਾ ਹੈ। ਕਿਹੜੇ ਕਿਹੜੇ? ਨਗਰ ਪੰਚਾਇਤ, ਨਗਰ ਪਾਲਿਕਾ ਔਰ ਨਗਰ ਨਿਗਮ। ਠੀਕ ਹੈ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਪੰਚਾਇਤ ਕਹਿੰਦੇ ਆ, ਉਸ ਤੋਂ ਬਾਅਦ ਮੁਨਿਸਪੈਲਿਟੀਜ਼ ਕਹਿੰਦੇ ਆ। ਠੀਕ ਹੈ, ਇਸੇ ਤਰੀਕੇ ਨਾਲ ਨਗਰ ਪੰਚਾਇਤ, ਨਗਰ ਪਾਲਿਕਾ ਔਰ ਨਗਰ ਨਿਗਮ, ਮੁਨਿਸਪਲ ਕਾਉਂਸਲ ਔਰ ਮੁਨਿਸਪਲ ਕਮੇਟੀ ਹੁੰਦੀ ਹੈ ਜਿਹੜੀ, ਇਹਨਾਂ ਨੂੰ ਕਿਹਾ ਜਾਂਦਾ ਹੈ। ਨੈਕਸਟ ਹੈ, ਪਿੰਡ ਤੋਂ ਸ਼ਹਿਰੀ ਖੇਤਰ ਤੋਂ ਬਦਲ ਰਹੀਆਂ ਥਾਵਾਂ ਤੋਂ ਸ਼ਹਿਰੀ ਸਥਾਨਕ ਪ੍ਰਬੰਧ ਦੀ ਕਿਹੜੀ ਇਕਾਈ ਸਥਾਪਿਤ ਕੀਤੀ ਜਾਂਦੀ ਹੈ? ਤਾਂ ਨਗਰ ਪੰਚਾਇਤ ਸਥਾਪਿਤ ਕੀਤੀ ਜਾਂਦੀ ਹੈ। ਪਿੰਡ ਤੋਂ ਸ਼ਹਿਰੀ ਖੇਤਰ ਤੋਂ ਬਦਲ ਰਹੀਆਂ ਥਾਵਾਂ ਤੋਂ ਸ਼ਹਿਰੀ ਸਥਾਨਕ ਪ੍ਰਬੰਧ ਦੀ ਕਿਹੜੀ ਇਕਾਈ ਹੈ ਜਿਹੜੀ ਸਥਾਪਿਤ ਕੀਤੀ ਜਾਂਦੀ ਹੈ? ਨਗਰ ਪੰਚਾਇਤ। ਨਗਰ ਪਾਲਿਕਾ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ? ਨਗਰ ਪਾਲਿਕਾ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਗਿਣਤੀ 9 ਹੈ ਔਰ ਵੱਧ ਤੋਂ ਵੱਧ 29 ਹੈ। ਨਗਰ ਪਾਲਿਕਾ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ, 9 ਮੈਂਬਰ ਘੱਟੋ ਘੱਟ ਬਣਾ ਸਕਦੇ ਹਾਂ ਔਰ ਵੱਧੋ ਵੱਧ ਆਪਾਂ ਕਿੰਨੇ ਬਣਾ ਸਕਦੇ ਹਾਂ? 29। ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਦਾ ਨਾਮ ਦੱਸੋ। ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਦਾ ਕੀ ਨਾਮ ਹੈ? ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ। ਠੀਕ ਹੈ ਜੀ। ਅਗਰ ਆਪਾਂ ਗੱਲ ਕਰਦੇ ਹਾਂ ਸਟੇਟ ਦੀ ਸਭ ਤੋਂ ਉੱਚੀ ਅਦਾਲਤ ਹਾਈ ਕੋਰਟ ਹੈ। ਠੀਕ ਹੈ, ਇੰਡੀਆ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਹੈ। ਉਸੇ ਤਰੀਕੇ ਨਾਲ ਜ਼ਿਲ੍ਹੇ ਦੀ ਜਿਹੜੀ ਸਭ ਤੋਂ ਉੱਚੀ ਅਦਾਲਤ ਹੈ ਉਹ ਕਿਹੜੀ ਹੈ? ਜ਼ਿਲ੍ਹਾ ਸੈਸ਼ਨ ਜੱਜ ਦੀ ਕੋਰਟ। ਠੀਕ ਹੈ, ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਬੇਸਿਕਲੀ ਜੱਜਿਸ ਹੁੰਦੇ ਨੇ, ਉਹ ਸਾਰਿਆਂ ਦੇ ਹੈੱਡ ਕੌਣ ਹੁੰਦਾ ਹੈ? ਜ਼ਿਲ੍ਹੇ ਦਾ ਸੈਸ਼ਨ ਜੱਜ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਨਾਮ ਤੋਂ ਜਾਣਿਆ। ਨੈਕਸਟ ਹੈ, ਮੁਕੱਦਮਾ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਮੁਕੱਦਮੇ ਕਿੰਨੀ ਤਰ੍ਹਾਂ ਦੇ ਹੁੰਦੇ ਨੇ? 2 ਤਰੀਕੇ ਦੇ ਮੁਕੱਦਮੇ ਹੁੰਦੇ ਨੇ, ਦੀਵਾਨੀ ਅਤੇ ਫੌਜਦਾਰੀ, ਜਾਂ ਕਹਿ ਸਕਦੇ ਹਾਂ ਸਿਵਲ ਅਤੇ ਕ੍ਰਿਮੀਨਲ। ਠੀਕ ਹੈ ਜੀ। ਨੈਕਸਟ ਹੈ, ਸ਼ਹਿਰਾਂ ਵਿੱਚ ਬਿਜਲੀ, ਪਾਣੀ, ਸਿਹਤ ਕੇਂਦਰ, ਸ਼ਹਿਰਾਂ ਦੀ ਸਫਾਈ ਦਾ ਪ੍ਰਬੰਧ ਕੌਣ ਕਰਦਾ ਹੈ? ਤਾਂ ਨਗਰ ਪਾਲਿਕਾ ਕਰਦੀ ਹੈ। ਜਿਹੜੀ ਨਗਰ ਪਾਲਿਕਾ ਹੈ ਉਹ ਹੈੱਡ ਹੁੰਦੀ ਹੈ, ਮੁਨਿਸਪਲ ਕਮੇਟੀ ਹੁੰਦੀ ਹੈ ਜਿਹੜੀ, ਉਹ ਹੈੱਡ ਹੁੰਦੀ ਹੈ ਇਲੈਕਟ੍ਰੀਸਿਟੀ ਦੀ, ਪਾਣੀ ਦੀ, ਹੈਲਥ ਸੈਂਟਰਸ ਪਲੱਸ ਕਲੀਨਿਨੈਸ ਦੀ, ਕਿ ਜਿੰਨੀ ਵੀ ਇਸ ਤਰੀਕੇ ਦੀ ਸਰਵਿਸਿਜ਼ ਨੇ, ਇਹ ਸਾਰੀਆਂ ਦਾ ਜਿਹੜਾ ਹੈੱਡ ਹੈ ਉਹ ਨਗਰ ਪਾਲਿਕਾ ਦੇ ਵਿੱਚ ਹੁੰਦਾ। ਠੀਕ ਹੈ, ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਕੰਟਰੋਲ ਵੀ, ਇਹ ਜਿਹੜੇ ਡਿਫਰੈਂਟ ਬੋਰਡਸ ਨੇ, ਇਹਨਾਂ ਨੂੰ ਕੰਟਰੋਲ ਵੀ ਨਗਰ ਪਾਲਿਕਾ ਦੁਆਰਾ ਕੀਤਾ ਜਾਂਦਾ ਹੈ। ਨਗਰ ਪੰਚਾਇਤ, ਨਗਰ ਪਾਲਿਕਾ, ਨਗਰ ਨਿਗਮ ਦਾ ਕਾਰਜਕਾਲ ਕਿੰਨਾ ਹੁੰਦਾ? 5 ਸਾਲ ਦਾ। ਠੀਕ ਹੈ, ਜਿਹੜੀ ਆਪਣੀ ਪੰਚਾਇਤ ਹੁੰਦੀਆਂ ਨੇ, ਪੰਚਾਇਤ ਪਿੰਡਾਂ ਦੇ ਸਰਪੰਚ ਹੁੰਦੇ ਨੇ, ਇਹ ਕਿੰਨੇ ਟਾਈਮ ਵਾਸਤੇ ਬਣਦੇ ਨੇ? 5 ਸਾਲ ਵਾਸਤੇ ਬਣਦੇ ਨੇ। ਇਸੇ ਤਰੀਕੇ ਨਾਲ ਆਪਣੇ ਜਿਹੜੇ ਪ੍ਰਧਾਨ ਵਗੈਰਾ ਆਪਾਂ ਕਹਿੰਦੇ ਹਾਂ, ਨਗਰ ਪ੍ਰਧਾਨ ਹੁੰਦੇ ਨੇ, ਉਹਨਾਂ ਨੂੰ ਕਿੰਨੇ ਸਾਲ ਦੇ ਲਈ ਬਣਾਇਆ ਜਾਂਦਾ ਹੈ? 5 ਸਾਲ ਦੇ ਲਈ ਬਣਾਇਆ ਜਾਂਦਾ ਹੈ। ਜ਼ਿਲ੍ਹੇ ਵਿੱਚ ਕਾਨੂੰਨ ਅਤੇ ਸ਼ਾਂਤੀ ਬਣਾਉਣ ਦੀ ਜ਼ਿੰਮੇਵਾਰੀ ਕਿਸ ਅਧਿਕਾਰੀ ਦੀ ਹੁੰਦੀ ਹੈ? ਜ਼ਿਲ੍ਹੇ ਦੇ ਪੁਲਿਸ ਮੁਖੀ ਦੀ, ਯਾਨੀ ਕਿ SSP, ਸੀਨੀਅਰ ਸੁਪਰਡੈਂਟੈਂਟ ਆਫ ਪੁਲਿਸ। SSP ਹੁੰਦਾ ਜਿਹੜਾ, ਉਹ ਹੁੰਦਾ ਹੈੱਡ ਜ਼ਿਲ੍ਹੇ ਦਾ, ਜ਼ਿਲ੍ਹੇ ਦੇ ਵਿੱਚ ਕਾਨੂੰਨ ਦਾ ਹੈੱਡ। ਸਰਬ ਸਾਂਝੀ ਸੰਪਤੀ ਤੋਂ ਕੀ ਭਾਵ ਹੈ? ਸਰਬ ਸਾਂਝੀ ਸੰਪਤੀ ਦਾ ਭਾਵ ਹੈ ਸਾਰਿਆਂ ਦੀ ਸਾਂਝੀ ਸੰਪਤੀ। ਠੀਕ ਹੈ, ਇਹ ਬੇਸਿਕਲੀ ਪੰਜਾਬੀ ਦਾ ਕੁਐਸਚਨ ਆ ਗਿਆ ਇੱਥੇ। ਨੈਕਸਟ ਹੈ, ਸਰਵਜਨਕ ਸੰਪਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਸਰਵਜਨਕ ਸੰਪਤੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਸਰਵਜਨਕ ਸੰਸਥਾਵਾਂ ਔਰ ਇੱਕ ਇਤਿਹਾਸਿਕ ਇਮਾਰਤਾਂ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰਦੇ ਹਾਂ ਸਰਵਜਨਕ ਸੰਸਥਾਵਾਂ ਦੇ ਵਿੱਚ ਆ ਗਿਆ ਰੇਲਵੇ ਸਟੇਸ਼ਨ ਹੋ ਗਿਆ, ਬੱਸ ਸਟੈਂਡ ਹੋ ਗਿਆ। ਠੀਕ ਹੈ, ਇਹ ਕੀ ਹੈ? ਹਰ ਇੱਕ ਦੇ ਲਈ ਹੈ ਔਰ ਇਹ ਬਣੇ ਹੋਏ ਨੇ। ਠੀਕ ਹੈ, ਇਸ ਤੋਂ ਇਲਾਵਾ ਇਤਿਹਾਸਿਕ ਇਮਾਰਤਾਂ ਦੀ ਅਗਰ ਆਪਾਂ ਗੱਲ ਕਰਦੇ ਹਾਂ, ਫੋਰ ਐਗਜ਼ਾਮਪਲ ਕੋਈ ਮਿਊਜ਼ੀਅਮ ਹੋ ਗਿਆ। ਠੀਕ ਹੈ, ਇਹ ਕੀ ਨੇ? ਇਤਿਹਾਸਿਕ ਇਮਾਰਤਾਂ ਨੇ। ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰਦੇ ਹਾਂ ਰੈੱਡ ਫੋਰਟ ਹੋ ਗਿਆ। ਠੀਕ ਹੈ, ਅਗਰ ਆਪਾਂ ਗੱਲ ਕਰਦੇ ਹਾਂ ਗੇਟਵੇ ਆਫ ਇੰਡੀਆ, ਤਾਂ ਇਹ ਕੀ ਨੇ? ਇਹ ਇਤਿਹਾਸਿਕ ਇਮਾਰਤਾਂ ਨੇ। ਇਹ ਇਤਿਹਾਸਿਕ ਇਮਾਰਤਾਂ ਨੇ ਜਿਹੜੀਆਂ ਕਿ ਬਣੀਆਂ ਹੋਈਆਂ ਨੇ। ਨੈਕਸਟ ਹੈ, ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼, ਸੰਸਾਰ ਦਾ
ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ? ਭਾਰਤ ਹੈ। ਸਭ ਤੋਂ ਵੱਡਾ ਲੋਕਤੰਤਰ ਯਾਨੀ ਕਿ ਸਭ ਤੋਂ ਵੱਡਾ ਕੌਂਸਟੀਟਿਊਸ਼ਨ ਕਿਸ ਦਾ ਹੈ? ਭਾਰਤ ਦਾ ਹੈ। ਦਿੱਲੀ ਦਾ ਲਾਲ ਕਿਲਾ, ਕੁਤੁਬ ਮੀਨਾਰ ਅਤੇ ਆਗਰੇ ਦਾ ਤਾਜ ਮਹਿਲ ਕਿਹੜੀਆਂ ਇਮਾਰਤਾਂ ਹਨ? ਇਤਿਹਾਸਿਕ ਇਮਾਰਤਾਂ। ਹੁਣੇ ਆਪਾਂ ਐਗਜ਼ਾਮਪਲ ਦੇ ਕੇ ਹਟੇ ਸੀ, ਉਹੀ ਹੈ। ਨੈਕਸਟ ਹੈ, ਪ੍ਰਾਚੀਨ ਸਮਾਰਕਾਂ ਦੀ ਸੰਭਾਲ ਦੇ ਲਈ ਭਾਰਤ ਸਰਕਾਰ ਨੇ ਕਾਨੂੰਨ ਕਦੋਂ ਬਣਾਇਆ? ਇਹ ਕੁਐਸਚਨ ਇੰਪੋਰਟੈਂਟ ਰਹੇਗਾ ਕਿ ਬੇਸਿਕਲੀ ਜਿੰਨੀ ਵੀ ਆਪਣੇ ਮੋਨੂਮੈਂਟਸ ਨੇ, ਇਤਿਹਾਸਿਕ ਮੋਨੂਮੈਂਟਸ ਹੋ ਗਏ ਜਾਂ ਨੋਰਮਲ ਜਿੰਨੇ ਵੀ ਮੋਨੂਮੈਂਟਸ ਨੇ, ਠੀਕ ਹੈ, ਇਹਨਾਂ ਨੂੰ ਸੁਰੱਖਿਅਤ ਕਰਨ ਦੇ ਲਈ, ਇਹਨਾਂ ਨੂੰ ਕਹਿ ਸਕਦੇ ਹਾਂ ਕਿ ਕੰਟਰੋਲ ਕਰਨ ਦੇ ਲਈ, ਪ੍ਰੀਜ਼ਰਵ ਕਰਨ ਦੇ ਲਈ ਕਾਨੂੰਨ ਕਦੋਂ ਬਣਾਇਆ ਗਿਆ ਸੀ? 1958 ਦੇ ਵਿੱਚ, 1958 ਦੇ ਵਿੱਚ। ਸਰਕਾਰ ਦੇ 3 ਅੰਗਾਂ ਦੇ ਨਾਮ ਦੱਸੋ। ਤਾਂ ਵਿਧਾਨ ਪਾਲਿਕਾ, ਕਾਰਜਪਾਲਿਕਾ ਔਰ ਨਿਆਂਪਾਲਿਕਾ। 3 organs of ਗੌਰਮੈਂਟ ਦੇ 3 organs ਕਿਹੜੇ ਨੇ? ਵਿਧਾਨ ਪਾਲਿਕਾ, ਕਾਰਜਪਾਲਿਕਾ ਔਰ ਨਿਆਂਪਾਲਿਕਾ। ਨੈਕਸਟ ਹੈ, ਧਰਤੀ ਦੇ ਆਲੇ ਦੁਆਲੇ ਬਣੇ ਹੋਏ ਹਵਾ ਦੇ ਗਿਲਾਫ ਨੂੰ ਕੀ ਕਹਿੰਦੇ ਹਨ? ਵਾਯੂਮੰਡਲ, ਜਿਹਨੂੰ ਆਪਾਂ ਅਗਰ ਇੰਗਲਿਸ਼ ਦੀ ਗੱਲ ਕਰਦੇ ਹਾਂ ਤਾਂ ਐਟਮੋਸਫੀਅਰ ਕਹਿੰਦੇ ਆ। ਜਿਹੜਾ ਆਪਣਾ ਐਟਮੋਸਫੀਅਰ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਵਾਯੂਮੰਡਲ। ਠੀਕ ਹੈ ਜੀ। ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਿਲਾਫ 1600 ਕਿਲੋਮੀਟਰ ਤੱਕ ਹੈ, ਪਰ 99% ਹਵਾ ਕਿੰਨੇ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੈ? ਤਾਂ 32 ਕਿਲੋਮੀਟਰ ਤੱਕ ਦੇ ਘੇਰੇ ਦੇ ਵਿੱਚ। ਠੀਕ ਹੈ। ਬੇਸਿਕਲੀ ਅਗਰ ਆਪਾਂ ਗੱਲ ਕਰੀਏ ਕਿ ਜਿਹੜੀ ਡਿਫਰੈਂਟ ਹਵਾ ਦੇ ਵਿੱਚ ਏਅਰ ਹੈ, ਜਿਹੜੀ ਏਅਰ ਦੇ ਵਿੱਚ ਡਿਫਰੈਂਟ ਗੈਸਿਸ ਆ ਗਈਆਂ, ਤਾਂ ਜਿਹੜੀ ਗੈਸਿਸ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ, ਵੈਸੇ ਤਾਂ ਐਟਮੋਸਫੀਅਰ ਆਪਣਾ 1600 ਕਿਲੋਮੀਟਰ ਤੱਕ ਦਾ ਉੱਚਾ ਹੈ, ਠੀਕ ਹੈ, ਪਰ ਉਸ ਦੇ ਵਿੱਚ ਜਿਹੜੀ ਗੈਸਿਸ ਨੇ ਤਾਂ ਗੈਸਿਸ ਸਿਰਫ 32 ਕਿਲੋਮੀਟਰ ਤੱਕ ਦੇ ਘੇਰੇ ਦੇ ਵਿੱਚ ਨੇ। 99% ਗੈਸਿਸ ਸਿਰਫ 32 ਕਿਲੋਮੀਟਰ ਤੱਕ ਦੇ ਏਰੀਏ ਦੇ ਵਿੱਚ ਨੇ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ। ਨੈਕਸਟ ਹੈ, ਜੀਵ ਮੰਡਲ ਵਿੱਚ ਅਨੇਕ ਕਿਸਮ ਦੇ ਜੀਵ ਜੰਤੂਆਂ ਅਤੇ ਪੇੜ ਪੌਦਿਆਂ ਨੂੰ ਕੀ ਆਖਦੇ ਹਨ? ਤੇ ਜੀਵ ਜਗਤ ਆਖਦੇ ਹਨ। ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ? ਇਹ ਕੁਐਸਚਨ ਇੰਪੋਰਟੈਂਟ ਰਹੇਗਾ। ਵਾਤਾਵਰਣ ਦਿਵਸ, ਐਨਵਾਇਰਨਮੈਂਟ ਡੇ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਹਰ ਸਾਲ 5 ਜੂਨ ਨੂੰ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਠੀਕ ਹੈ ਜੀ, ਐਨਵਾਇਰਨਮੈਂਟ ਡੇ ਅਬਜ਼ਰਵ ਕੀਤਾ ਜਾਂਦਾ ਹੈ। ਵਾਤਾਵਰਣ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਤਾਂ ਵਾਯੂਮੰਡਲ ਦੇ ਵਿੱਚ। ਵਾਤਾਵਰਣ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਵਾਯੂਮੰਡਲ ਦੇ ਵਿੱਚ। ਨੈਕਸਟ ਹੈ, ਕਿਸ ਥਾਂ ਦੇ ਜੀਵ ਮੰਡਲ ਅਤੇ ਉਸ ਦੇ ਭੌਤਿਕ ਆਲੇ ਦੁਆਲੇ ਨੂੰ ਕੀ ਆਖਦੇ ਹਨ? ਕਿਸੇ ਥਾਂ ਦੇ ਜੀਵ ਮੰਡਲ ਅਤੇ ਉਸ ਦੇ ਭੌਤਿਕ ਆਲੇ ਦੁਆਲੇ ਨੂੰ ਕੀ ਆਖਦੇ ਹਨ? ਪ੍ਰਸਥਿਤੀ ਮੰਡਲ। ਨੈਕਸਟ ਹੈ, ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਆਖਦੇ ਹਨ? ਸਿਆਲ, ਚਾਪੜ। ਬੇਸਿਕਲੀ ਸਿਆਲ, SIAL। ਠੀਕ ਹੈ, ਇੰਗਲਿਸ਼ ਦੇ ਵਿੱਚ ਆਪਾਂ ਡਿਸਕਸ ਕੀਤਾ ਹੁੰਦਾ ਹੈ ਕਿ ਜਿਹੜੀ ਅਰਥ ਦੀ ਸਭ ਤੋਂ ਉੱਪਰਲੀ ਪਰਤ ਹੈ ਉਸਨੂੰ ਆਪਾਂ ਜਿਹੜੀ ਕਹਿੰਦੇ ਆ ਕਿ ਸਿਆਲ ਦੇ ਵਿੱਚ SI ਸਿਲੀਕੋਨ ਹੋ ਗਿਆ, ਔਰ AL ਨੂੰ ਆਪਾਂ ਐਲੂਮੀਨੀਅਮ ਕਹਿੰਦੇ ਹੁੰਦੇ ਆ ਕਿ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਸਿਲੀਕੋਨ ਔਰ ਐਲੂਮੀਨੀਅਮ ਦੇ ਨਾਲ ਮਿਲ ਕੇ ਬਣੀ ਹੈ, ਉਸਨੂੰ ਜੋੜ ਕੇ ਆਪਾਂ ਸਿਆਲ ਕਹਿੰਦੇ ਆ। ਠੀਕ ਹੈ, ਤਾਂ ਹਿੰਦੀ ਪੰਜਾਬੀ ਦੇ ਵਿੱਚ ਵੀ ਸਿਆਲ ਕਿਹਾ ਜਾਂਦਾ ਜਾਂ ਫਿਰ ਚਾਪੜ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਧਰਤੀ ਦੀ ਸਤ੍ਹਾ ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ? ਤਾਂ ਪਾਣੀ ਕਿੰਨੇ ਪ੍ਰਤੀਸ਼ਤ ਹੈ? 71%। ਠੀਕ ਹੈ, ਇਹ ਕੁਐਸਚਨ ਆਪਾਂ ਪਹਿਲੇ ਵੀ ਡਿਸਕਸ ਕੀਤਾ ਹੋਇਆ। ਅਗਰ ਆਪਾਂ ਬੋਡੀ ਦੀ ਗੱਲ ਕਰਦੇ ਹਾਂ, ਬੋਡੀ ਦੇ ਵਿੱਚ ਵੀ 70% ਪਾਣੀ ਹੈ, ਔਰ ਅਗਰ ਅਰਥ ਦੀ ਗੱਲ ਕਰਦੇ ਹਾਂ ਤਾਂ ਅਰਥ 'ਤੇ ਵੀ 71% ਪਾਣੀ ਹੈ। ਠੀਕ ਹੈ ਜੀ, ਜਿਸ ਦੇ ਵਿੱਚ ਅਗਰ ਪੀਣਯੋਗ ਪਾਣੀ ਦੀ ਗੱਲ ਕਰਦੇ ਤਾਂ ਬਹੁਤ ਜ਼ਿਆਦਾ ਘੱਟ ਹੈ, ਕਿਉਂਕਿ ਜ਼ਿਆਦਾਤਰ ਜਿਹੜਾ ਵਾਟਰ ਹੈ ਉਹ ਕਿੱਥੇ ਹੈ? ਓਸ਼ੀਅਨਸ ਦੇ ਵਿੱਚ ਹੈ, ਸਮੁੰਦਰਾਂ ਦੇ ਵਿੱਚ ਹੈ, ਮਹਾਸਾਗਰਾਂ ਦੇ ਵਿੱਚ ਹੈ, ਔਰ ਉਹ ਪਾਣੀ ਕੀ ਹੈ? ਖਾਰਾ ਹੈ, ਸੌਲਟੀ ਹੈ। ਧਰਤੀ ਦੀ ਸਭ ਤੋਂ ਅੰਦਰੂਨੀ ਭਾਗ ਨੂੰ ਕੀ ਆਖਦੇ ਹਨ? ਧਰਤੀ ਦੇ ਸਭ ਤੋਂ ਅੰਦਰੂਨੀ ਭਾਗ ਨੂੰ ਨਾਈਫ ਆਖਦੇ ਹਨ। ਠੀਕ ਹੈ, ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਸਿਆਲ ਦੀ, ਤਾਂ ਜਿਸ ਤਰੀਕੇ ਨਾਲ ਸਿਆਲ ਸਿਲੀਕੋਨ ਔਰ ਐਲੂਮੀਨੀਅਮ ਦੇ ਨਾਲ ਬਣਿਆ ਹੋਇਆ ਹੈ, ਉਸੇ ਤਰੀਕੇ ਨਾਲ ਨਾਈਫ ਹੈ ਜਿਹੜਾ ਇਹ ਨਿਕਲ ਔਰ Fe ਦਾ ਮਤਲਬ ਆਇਰਨ ਹੁੰਦਾ ਹੈ। ਅਗਰ ਆਪਾਂ ਕੈਮਿਸਟਰੀ ਦੀ ਗੱਲ ਕਰਦੇ ਹਾਂ, ਤੁਸੀਂ ਅਗਰ ਸਾਇੰਸ ਦੇ ਵਿੱਚ ਸਟੱਡੀ ਕੀਤੀ ਹੈ ਤਾਂ ਨਿਕਲ ਔਰ ਆਇਰਨ ਹੈ ਜਿਹੜਾ, ਇਹਨਾਂ ਦੋਨਾਂ ਦਾ ਕੰਬੀਨੇਸ਼ਨ ਪਾਇਆ ਜਾਂਦਾ ਧਰਤੀ ਦੇ ਬਿਲਕੁਲ ਅੰਦਰੂਨੀ ਭਾਗ ਦੇ ਵਿੱਚ। ਠੀਕ ਹੈ, ਬੇਸਿਕਲੀ ਅਗਰ ਆਪਾਂ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਗੱਲ ਕਰੀਏ ਤਾਂ ਇਹਨਾਂ ਦੇ 3 ਡਿਫਰੈਂਟ ਨਾਮਸ ਵੀ ਆਪਾਂ ਡਿਸਕਸ ਕਰਦੇ ਹੁੰਦੇ ਹਾਂ, ਕਰਸਟ, ਮੈਂਟਲ ਔਰ ਕੋਰ। ਜਿਹੜੀ ਸਭ ਤੋਂ ਉੱਪਰਲੀ ਸਤ੍ਹਾ ਹੈ ਉਹ ਕਰਸਟ ਹੈ, ਉਸ ਤੋਂ ਬਾਅਦ ਮੈਂਟਲ ਹੈ, ਔਰ ਉਸ ਤੋਂ ਬਾਅਦ ਕੋਰ ਹੈ। ਜਿਹੜੇ ਅਰਥ ਦਾ ਕੋਰ ਹੈ ਉਸ ਨੂੰ ਆਪਾਂ ਨਾਈਫ ਵੀ ਕਹਿੰਦੇ ਹਾਂ। ਨੈਕਸਟ ਹੈ,
ਜਦੋਂ ਲਾਵਾ ਜ਼ਮੀਨੀ ਭਾਗ ਦੇ ਤੇ ਬਾਹਰ ਨਿਕਲਦਾ ਹੈ ਤਾਂ ਠੰਡਾ ਹੋ ਕੇ ਕਿਸ ਦਾ ਰੂਪ ਧਾਰਨ ਕਰ ਲੈਂਦਾ ਹੈ? ਪਹਾੜ ਦਾ। ਬੇਸਿਕਲੀ ਜਿੰਨੇ ਵੀ ਮਾਊਂਟੇਨਸ ਨੇ ਇਹ ਕਿਹਾ ਗਿਆ ਕਿ ਕਿਸ ਤਰੀਕੇ ਜਿਹੜੀ ਜਿੰਨੇ ਨਹੀਂ ਕਹਾਂਗੇ ਕਿ ਕੁਝ ਮਾਊਂਟੇਨਸ ਨੇ ਜਿਹੜੇ, ਕਿਉਂਕਿ ਜਿਹੜੇ ਮਾਊਂਟੇਨਸ ਨੇ ਇਹ ਕਹਿੰਦੇ ਨੇ ਕਿ ਇਸ ਦੇ ਪਿੱਛੇ ਥਿਓਰੀ ਕੀ ਹੈ ਕਿ ਸਿਸਮੈਟਿਕ ਪਲੇਟਸ, ਅਗਰ ਆਪਾਂ ਜੇ ਛੋਟੇ ਹੁੰਦੇ ਤੁਹਾਨੂੰ ਜਿਓਗ੍ਰਾਫੀ ਅੱਛੇ ਤਰੀਕੇ ਨਾਲ ਪੜ੍ਹੀ ਹੈ ਤਾਂ ਜਿਹੜੀ ਸਿਸਮੈਟਿਕ ਪਲੇਟਸ ਨੇ, ਅਰਥ ਦੇ ਅੰਦਰ ਸਿਸਮੈਟਿਕ ਪਲੇਟਸ ਨੇ, ਜਦੋਂ ਵੀ ਉਹ ਸਿਸਮੈਟਿਕ ਪਲੇਟਸ ਹਿਲਦੀਆਂ ਨੇ ਤਾਂ ਭੂਕੰਪ ਆਉਂਦਾ ਹੈ। ਭੂਕੰਪ ਦੇ ਆਉਣ ਦੇ ਨਾਲ ਅਰਥ ਜਿਹੜੀ ਆਪਣੇ ਆਪ ਨੂੰ ਉੱਪਰ ਥੱਲੇ ਕਰ ਲੈਂਦੀ ਹੈ, ਜਿਸ ਕਰਕੇ ਪਹਾੜ ਬਣੇ ਸੀਗੇ। ਅਗਰ ਆਪਾਂ ਓਰੀਜਨ ਦੀ ਗੱਲ ਕਰਦੇ ਹਾਂ, ਮਾਊਂਟੇਨਸ ਦੇ ਓਰੀਜਨ ਦੀ। ਇਸ ਤੋਂ ਇਲਾਵਾ ਕੁਝ ਮਾਊਂਟੇਨਸ ਐਸੇ ਨੇ ਜੋ ਲਾਵਾ ਨਾਲ ਬਣਦੇ ਨੇ ਕਿ ਅਰਥ ਜਦੋਂ ਲਾਵਾ ਬਾਹਰ ਕੱਢਦੀ ਹੈ, ਅਰਥ ਦੇ ਵਿੱਚ ਜਦੋਂ ਜਿਹੜੀ ਪਿਘਲ ਕੇ ਲਾਵਾ ਬਾਹਰ ਨਿਕਲਦਾ ਹੈ ਤਾਂ ਉਹ ਜਦੋਂ ਬਾਹਰ ਨਿਕਲ ਕੇ ਠੰਡਾ ਹੋ ਜਾਂਦਾ ਉਹ ਇੱਕ ਪਹਾੜ ਦਾ ਰੂਪ ਧਾਰਨ ਕਰਦਾ ਜਾਂਦਾ ਹੈ ਔਰ ਵੱਡਾ ਹੁੰਦਾ ਜਾਂਦਾ ਹੈ। ਠੀਕ ਹੈ ਜੀ। ਨੈਕਸਟ ਹੈ ਧਰਤੀ ਦੇ ਅੰਦਰੂਨੀ ਭਾਗ ਵਿੱਚ ਮਿਲਦੇ ਅਤਿਅੰਤ ਗਰਮ ਅਤੇ ਪਿਘਲੇ ਤਰਲ ਨੂੰ ਕੀ ਕਿਹਾ ਜਾਂਦਾ ਹੈ? ਮੈਗਮਾ। ਜਿਹੜੀ ਆਪਾਂ ਗੱਲ ਹੁਣੇ ਕਰਕੇ ਹਟੇ ਹਾਂ ਕਿ ਜਿਹੜਾ ਮੈਗਮਾ ਹੈ, ਅਰਥ ਹੈ ਜਿਹੜੀ ਅਰਥ ਦਾ ਜਿਹੜਾ ਸਭ ਤੋਂ ਉੱਪਰਲਾ ਹਿੱਸਾ ਨੋਰਮਲ ਟੈਂਪਰੇਚਰ ਹੈ। ਅਗਰ ਅਰਥ ਦੇ ਆਪਾਂ ਅੰਦਰ ਜਾਂਦੇ ਜਾਂਦੇ ਹਾਂ ਤਾਂ ਜਿਹੜਾ ਟੈਂਪਰੇਚਰ ਹੈ ਉਹ ਇੰਕਰੀਜ਼ ਹੁੰਦਾ ਜਾਂਦਾ ਹੈ। ਤਾਂ ਜਿਹੜਾ ਟੈਂਪਰੇਚਰ ਅੰਦਰ ਹੈ, ਅੰਦਰ ਜਿਹੜਾ ਟੈਂਪਰੇਚਰ ਹੋਣ ਕਾਰਨ ਇੰਕਰੀਜ਼ ਹੋਣ ਕਾਰਨ ਕੀ ਹੈ ਕਿ ਸਾਰਾ ਕੁਝ ਪਿਘਲਿਆ ਹੋਇਆ। ਹੁਣ ਉਹ ਜਿਹੜਾ ਪਿਘਲਿਆ ਹੋਇਆ ਮਟੀਰੀਅਲ ਹੈ ਉਸ ਨੂੰ ਆਪਾਂ ਮੈਗਮਾ ਕਹਿੰਦੇ ਹਾਂ। ਉਹ ਮੈਗਮਾ ਜਦੋਂ ਬਾਹਰ ਆਉਂਦਾ ਉਹਨੂੰ ਲਾਵੇ ਦੇ ਨਾਮ ਤੋਂ ਜਾਣਦੇ ਆਪਾਂ, ਅਤੇ ਜਦੋਂ ਉਹ ਠੰਡਾ ਹੋ ਜਾਂਦਾ ਤਾਂ ਉਹ ਪਹਾੜ ਦਾ ਰੂਪ ਧਾਰਨ ਕਰ ਲੈਂਦਾ। ਠੀਕ ਹੈ ਜੀ। ਨੈਕਸਟ ਹੈ ਚੂਨਾ ਪੱਥਰ ਤੋਂ ਰੂਪਾਂਤਰਿਤ ਚੱਟਾਨ ਦਾ ਨਾਮ ਦੱਸੋ। ਚੂਨੇ ਪੱਥਰ ਤੋਂ ਜਿਹੜੀ ਚੱਟਾਨ ਬਣਾਈ ਜਾਂਦੀ ਹੈ ਉਹ ਕਿਹੜੀ ਚੱਟਾਨ ਹੈ? ਸੰਗਮਰਮਰ। ਸੰਗਮਰਮਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਜਿਹੜਾ ਤਾਜ ਮਹਿਲ ਹੈ, ਤਾਜ ਮਹਿਲ ਸੰਗਮਰਮਰ ਦੇ ਨਾਲ ਬਣਾਇਆ ਗਿਆ ਹੈ। ਤਾਂ ਇਸੇ ਚੀਜ਼ ਦੀ ਗੱਲ ਕਰ ਰਹੇ ਹਾਂ ਕਿ ਚੂਨਾ ਪੱਥਰ ਕਿਸ ਤੋਂ ਚੂਨਾ ਪੱਥਰ ਤੋਂ ਬਣਦਾ ਹੈ? ਸੰਗਮਰਮਰ। ਨੈਕਸਟ ਹੈ ਜਦੋਂ ਪ੍ਰਿਥਵੀ ਅੰਦਰਲਾ ਗਰਮ ਤਰਲ ਪਦਾਰਥ ਧਰਤੀ ਦੀ ਸਤ੍ਹਾ ਉੱਤੇ ਆ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਆ? ਲਾਵਾ। ਜਿਹੜੀ ਆਪਾਂ ਗੱਲ ਹੁਣੇ ਦੱਸੀ ਸੀ, ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਨੈਕਸਟ ਤਰਲ ਸੋਨਾ ਕਿਸ ਨੂੰ ਕਹਿੰਦੇ ਹਨ? ਇਹ ਕੁਐਸਚਨ ਇੰਪੋਰਟੈਂਟ ਬਣੇਗਾ, ਕਾਫੀ ਵਾਰ ਪੁੱਛਿਆ ਜਾਂਦਾ ਹੈ ਕਿ ਤਰਲ ਸੋਨਾ ਦੇ ਨਾਮ ਤੋਂ ਤਰਲ ਸੋਨਾ, ਠੀਕ ਹੈ, ਜਾਂ ਕਹਿ ਸਕਦੇ ਹਾਂ ਕਰੂਡ ਗੋਲਡ, ਠੀਕ ਹੈ, ਜਾਂ ਲਿਕੁਇਡ ਗੋਲਡ ਦੇ ਨਾਮ ਤੋਂ ਕਿਸ ਨੂੰ ਜਾਣਿਆ ਜਾਂਦਾ? ਪੈਟਰੋਲੀਅਮ ਨੂੰ ਜਾਣਿਆ ਜਾਂਦਾ ਹੈ। ਕਿਉਂਕਿ ਪੈਟਰੋਲੀਅਮ ਇੱਕ ਐਸਾ ਮਿਨਰਲ ਹੈ, ਖਣਿਜ ਹੈ ਜਿਹੜਾ ਡਿਫਰੈਂਟ ਅੱਗੇ ਚੀਜ਼ਾਂ ਬਣਾ ਸਕਦਾ। ਫੋਰ ਐਗਜ਼ਾਮਪਲ ਪੈਟਰੋਲ ਹੈ, ਡੀਜ਼ਲ ਹੈ, ਵੈਕਸ ਹੈ, ਇਹ ਸਾਰੀ ਚੀਜ਼ਾਂ ਅੱਗੇ ਜਦੋਂ ਬਣਦੀਆਂ ਨੇ, ਠੀਕ ਹੈ, ਇਹਨਾਂ ਨੂੰ ਵੇਚ ਕੇ ਕਾਫੀ ਜ਼ਿਆਦਾ ਪ੍ਰੋਫਿਟ ਪ੍ਰੋਵਾਈਡ ਕੀਤਾ ਜਾ ਸਕਦਾ ਹੈ। ਠੀਕ ਹੈ, ਪੈਟਰੋਲੀਅਮ ਦਾ ਕਿੰਨਾ ਜ਼ਿਆਦਾ ਯੂਸੇਜ ਹੈ ਇਹ ਹਰ ਇੱਕ ਨੂੰ ਪਤਾ ਹੀ ਹੋਏਗਾ। ਠੀਕ ਹੈ, ਤਾਂ ਇਸ ਚੀਜ਼ ਕਰਕੇ ਪੈਟਰੋਲੀਅਮ ਨੂੰ ਤਰਲ ਸੋਨੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਦੂਸਰੀ ਗੱਲ ਐਲੂਮੀਨੀਅਮ ਦੀ, ਤਾਂ ਐਲੂਮੀਨੀਅਮ ਦੀ ਕੱਚੀ ਧਾਤ ਦਾ ਨਾਮ ਕੀ ਹੈ? ਬੇਸਿਕਲੀ ਕੋਈ ਵੀ ਮਟੀਰੀਅਲ ਹੈ ਜਿਹੜਾ ਉਹ ਪਹਿਲੇ ਇੱਕ ਰਾ ਮਟੀਰੀਅਲ ਤੋਂ ਬਣਦਾ ਹੈ। ਠੀਕ ਹੈ, ਉਸ ਰਾ ਮਟੀਰੀਅਲ ਤੋਂ ਆਪਾਂ ਕੋਈ ਵੀ ਮਟੀਰੀਅਲ ਤਿਆਰ ਕਰਦੇ ਹਾਂ। ਫੋਰ ਐਗਜ਼ਾਮਪਲ ਲੱਕੜ ਤੋਂ ਕੋਈ ਕੁਰਸੀ ਵਗੈਰਾ ਤਿਆਰ ਕੀਤੀ ਜਾਂਦੀ ਹੈ, ਮੇਜ਼ ਤਿਆਰ ਕੀਤੇ ਜਾਂਦੇ ਨੇ, ਤਾਂ ਸਟਾਰਟਿੰਗ ਤਾਂ ਉਸਦੀ ਲੱਕੜ ਤੋਂ ਹੋਈ ਹੈ। ਲੱਕੜ ਤੋਂ ਵੀ ਅੱਗੇ ਅਗਰ ਗੱਲ ਕਰਦੇ ਹਾਂ ਤਾਂ ਲੱਕੜ ਕਿਸੇ ਦਰਖਤ ਤੋਂ ਕੱਟਿਆ ਗਿਆ। ਤਾਂ ਇਸੇ ਤਰੀਕੇ ਨਾਲ ਐਲੂਮੀਨੀਅਮ ਜਿਹੜੀ ਧਾਤ ਹੈ, ਐਲੂਮੀਨੀਅਮ ਧਾਤੂ ਹੈ, ਐਲੂਮੀਨੀਅਮ ਤੋਂ ਆਪਣੇ ਬਰਤਨ ਵਗੈਰਾ ਬਣਾਏ ਜਾਂਦੇ ਨੇ। ਠੀਕ ਹੈ, ਐਲੂਮੀਨੀਅਮ ਤੋਂ ਕਾਫੀ ਚੀਜ਼ਾਂ ਹੋਰ ਵੀ ਬਣਾਈ ਜਾਂਦੇ ਨੇ। ਤਾਰਾਂ ਦੇ ਜਿਹੜੇ ਅੰਦਰਲੀ ਤਾਰ ਹੁੰਦੀ ਉਹ ਵੀ ਐਲੂਮੀਨੀਅਮ ਦੀ ਹੁੰਦੀ ਹੈ। ਠੀਕ ਹੈ, ਤਾਂ ਇਸੇ ਚੀਜ਼ ਕਰਕੇ ਐਲੂਮੀਨੀਅਮ ਦੀ ਜਿਹੜੀ ਬੇਸਿਕ ਔਰ ਹੈ ਜਦੋਂ ਉਹ ਮਿਲਦੀ ਹੈ ਤਾਂ ਉਹ ਕਿਸ ਫਾਰਮ ਦੇ ਵਿੱਚ ਮਿਲਦਾ? ਬੌਕਸਾਈਟ ਐਲੂਮੀਨੀਅਮ ਦੀ ਕੱਚੀ ਧਾਤ ਦਾ ਨਾਮ ਹੈ। ਨੈਕਸਟ ਹੈ ਉੱਤਰੀ ਅਮਰੀਕਾ ਦੇ ਘਾਹ ਦੇ ਮੈਦਾਨਾਂ ਦਾ ਨਾਮ ਦੱਸੋ। ਉੱਤਰੀ ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਜਿਹੜੇ ਘਾਹ ਦੇ ਮੈਦਾਨ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰੈਰੀਜ਼ ਕਿਹਾ ਜਾਂਦਾ, ਪ੍ਰੈਰੀਜ਼। ਠੀਕ ਹੈ, ਯਾਦ ਰੱਖਣਾ। ਨੈਕਸਟ ਹੈ ਧਰਤੀ ਦੀ ਸਤ੍ਹਾ ਉੱਤੇ ਲਗਾਤਾਰ ਹੋਣ ਵਾਲੀਆਂ ਤਬਦੀਲੀਆਂ ਦਾ ਕੀ ਕਾਰਨ ਹੁੰਦਾ ਹੈ? ਧਰਤੀ ਦੀ ਅੰਦਰਲੀ ਜਾਂ ਬਾਹਰਲੀ ਹਿਲਜੁਲ। ਜਿਹੜੀ ਆਪਾਂ ਹੁਣੇ ਗੱਲ ਕੀਤੀ ਸੀ ਸਿਸਮੈਟਿਕ ਪਲੇਟਸ ਦੀ, ਕਿ ਜਿਹੜੀ ਸਿਸਮੈਟਿਕ ਪਲੇਟਸ ਨੇ ਇਹ ਧਰਤੀ ਦੇ ਅੰਦਰ ਨੇ, ਇੱਕ ਪਲੇਟਸ ਦੀ ਤਰੀਕੇ ਨਾਲ ਜੁੜੀਆਂ ਹੋਈਆਂ ਨੇ। ਠੀਕ ਹੈ, ਇਹ ਜਦੋਂ ਹਿੱਲਦੀਆਂ ਨੇ, ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਡਿਸਟਰਬੈਂਸ ਆਉਂਦੀ ਹੈ ਤਾਂ ਹਿੱਲਦੀਆਂ ਨੇ। ਇਹਨਾਂ ਦੇ ਹਿੱਲਣ ਦੇ ਕਾਰਨ ਧਰਤੀ ਦੇ ਅੰਦਰ ਔਰ ਬਾਹਰ ਦੋਨੋਂ ਹਿੱਸਿਆਂ ਦੇ ਵਿੱਚ ਡਿਫਰੈਂਟ ਚੇਂਜਿਸ ਆਉਂਦੇ ਨੇ, ਤਬਦੀਲੀਆਂ ਆਉਂਦੀਆਂ ਨੇ। ਤਾਂ ਕਿਸ ਕਾਰਨ ਹੁੰਦੇ ਨੇ? ਸਿਸਮੈਟਿਕ ਪਲੇਟਸ ਕਰਕੇ, ਜਾਂ ਧਰਤੀ ਦੀ ਅੰਦਰਲੀ ਜਾਂ ਬਾਹਰਲੀ ਹਿਲਜੁਲ ਕਰਕੇ। ਨੈਕਸਟ ਹੈ ਪਰਬਤਾਂ ਦੀਆਂ 4 ਕਿਸਮਾਂ ਦੇ ਨਾਂ ਲਿਖੋ। ਪਰਬਤ ਨੇ ਜਿਹੜੇ ਇਹ ਕਿਹੜੇ 4 ਕਿਸਮਾਂ ਨੇ ਇਸ ਦੀਆਂ? ਵਲਨ ਪਰਬਤ, ਬਲਾਕ ਪਰਬਤ, ਬਚੇ ਖੁਚੇ ਪਰਬਤ ਅਤੇ ਜਵਾਲਾਮੁਖੀ ਪਰਬਤ। ਠੀਕ ਹੈ, ਵਲਨ ਪਰਬਤ, ਬਲਾਕ ਪਰਬਤ,
बचे खुचे पर्वत और ज्वालामुखी पर्वत। नेक्स्ट है मैदान। मैदान किहड़ियां दो क्रियावां राही बनते हैं? मिट्टी के अपरदन अते निफेकन द्वारा। मैदान ने जिहड़े प्लेन्स ने, जिन्होंने इंग्लिश आप प्लेन्स कहने आ, तो प्लेन्स किस तरीके नाल बनते हैं? ये बनते हैं मिट्टी के अपरदन अते निखेपन द्वारा। नेक्स्ट है भूचाल की तीव्रता किस तरह मापी जाती है? जिहड़ा भूचाल हुंदा है उसनूं किस तरीके नाल कहंदे हैं कि ये भूचाल इन्ने बेसिकली रैक्टर स्केल है। अगर आप गल करते हैं रैक्टर स्केल बनाया गया सी, इस दे अनुसार दस्सिया जांदा है कि ये जिहड़ा बेसिकली भूचाल सीगा, अर्थक्वेक सीगा, ये किन्ने दा सीगा। ठीक है, आप कहने होंगे कि 4.5 का अर्थक्वेक आया, 5 का आया, 6.5 का आया। इस तरीके नाल जिस तरीके ने इसकी तीव्रता बढ़ती जाती है उस तरीके नाल ये डेंजरस ज़्यादा होंदा जांदा है। ठीक है, याद रखना। बेसिकली अगर आप जापान की गल करते हैं या जोड़े इलाके ने ये ज़्यादा कह सकते हैं कि अर्थक्वेक प्रोन एरियाज ने। नेक्स्ट है संसार की सब तो ऊंची पठार का नाम दसो। पठार आप कहते हैं प्लेट्यू। प्लेट्यू होंगे ने संसार का सब तो उच्चा प्लेट्यू किहड़ा है? बेसिकली प्लेट्यू एक ऐसी प्लेस होंगी है जिहड़ी इकलौती एक जगह तो उपर होंगी है और बाकी साइडां उसदियां नीवियां हो जांदियां ने। ठीक है, एक प्लेन जगह जिहड़ी कि बाकी साइडां नालों उच्ची है तो उसनूं आपां प्लेट्यू कहने आ। तो तिब्बत प्लेट्यू है जिहड़ा ये संसार का सब तो ऊंचा प्लेट्यू है। इसे करके इसनूं की कहा जाता है? छत कहा जाता है। किसकी छत कहा जाता है? दुनिया की छत के नाम तो आप कल या परसों डिस्कस किया सी कि दुनिया की छत के नाम तो किहड़े देश में जानिया जाता है? तिब्बत में जानिया जाता है। मेज की शक्ल वर्गी भू आकृति नूं की कहा जाता है? पठार। जी आप गल की थी कि जो मेज है, जिस तरीके आप कहते हैं कि मेज अपने घरे मेज होंगे ने, ठीक है, टेबल होंगे ने, उन्होंने किस तरीके होंगे? उपरों प्लेन होंगे पर बाकी साइडों तो अगर आप गल करिए ऊंचा होंगे। ठीक है, धरती तो उच्चा हो गया और मेज इस तरीके पठार होंगे। ठीक है, इस तरीके की होंगे ने? प्लेट्यू होंगे ने। भारत दियां किहड़ियां नदियां दरार घाटियां विच वहंदियां हन? भारत दियां किहड़ियां नदियां दरार घाटियां दे विच वहंदियां ने? नर्मदा और ताप्ती। नर्मदा रिवर और ताप्ती रिवर है जिहड़ी ये दरार घाटियां दे विच वहंदी है। ठीक है जी। नेक्स्ट है भारत विच लोनार झील किस राज दे विच है? एक क्वेश्चन काफ़ी इंपोर्टेंट है। लोनार जिहड़ी लेक है, झील यानी कि लेक, लोनार लेक कित्थे है? लोनार लेक कित्थे है? महाराष्ट्र दे विच है। ठीक है, काफ़ी एग्जाम दे विच इस क्वेश्चन नूं पूछा जाता है। लोनार लेक कित्थे है? महाराष्ट्र दे विच। भूचाल कारण होए नुकसान नूं मापन दे लई किहड़ा पैमाना वरता जाता है? मरकाली पैमाना। मरकाली वैसे कहने हैं पैमाना है जिहड़ा मरकाली वे है जिहड़ा इसनूं यूज़ किया जाता है भूचाल कारण होए नुकसान नूं मापन दे लई। हवा विच सब तो ज़्यादा गैस किहड़ी हुंदी है? नाइट्रोजन। ये हर एक नूं पता होएगा। नेक्स्ट है वायुमंडल दियां तहियां का नाम दसो। वायुमंडल दियां तहां की अगर आप गल करते हैं तहां दे विच अशांत मंडल, समताप मंडल, मध्यवर्ती मंडल और ताप मंडल। अशांत मंडल, समताप मंडल, मध्यवर्ती मंडल और ताप मंडल। नेक्स्ट है समोग किसनूं कहते हैं? बेसिकली समोग की जी प्रॉब्लम है ये दिल्ली के सब तो ज़्यादा पाई जाती है। अगर आप गल करते हैं तो एयर क्वालिटी इंडैक्स जारी किए जाते हैं, काफ़ी फैक्टर्स वगैरह अगर आप गल करते हैं इस टाइम एंटी समोग गन्स भी इंस्टॉल की जाती ने दिल्ली के विच। तो समोग की चीज़ है? समोग है धुंध और धुएं का मिश्रण। बेसिकली सर्दियों के विच की होंदा है जिहड़ा वैसे तो अगर दिल्ली की गल करते हैं दिल्ली के पॉल्यूशन बहुत ज़्यादा है क्योंकि दिल्ली की पॉपूलेशन बहुत ज़्यादा है और दिल्ली के ट्रैफिक अगर आप गल करते हैं व्हीकल का यूज़ बहुत ज़्यादा है, प्लस इंडस्ट्रीज़ के निकलता धुआं काफ़ी ज़्यादा है। ठीक है, ओवर पॉपूलेटेड एरिया है। हुण जिहड़ा ये पॉल्यूशन है ये नॉर्मली पॉल्यूशन के वांगू काम करता है, पर जदों सर्दियों की गल आती है तो सर्दियों के विच धुंध होंदी है तो धुंध और जदों प्रदूषण का धुआं मिल जाता है तो यह मिलकर समोग बनाते हैं और ये समोग काफ़ी ज़्यादा विजन है जिहड़ा खत्म कर दिंदा, दिखना पूरा प्रॉपरली बंद कर दिंदा है, जिस करके एक्सीडेंट्स होंदे ने काफ़ी ज़्यादा। तो एंटी समोग गन्स भी दिल्ली के विच इंस्टॉल किए गए हैं। तो याद रखने समोग किसनूं कहंदे ने? धुंध और
ਧੂਏ ਦੇ ਮਿਸ਼ਰਣ ਨੂੰ। ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ, ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਦਾ ਨਾਮ ਹੈ ਅਸ਼ਾਂਤ ਮੰਡਲ। ਅਸ਼ਾਂਤ ਮੰਡਲ। ਵਾਯੂਮੰਡਲ ਦਾ ਕਿਹੜਾ ਭਾਗ ਹਵਾਈ ਜਹਾਜ਼ਾਂ ਦੇ ਉੜਨ ਦੇ ਲਈ ਯੋਗ ਹੈ? ਤਾਂ ਸਮਤਾਪ ਮੰਡਲ। ਸਮਤਾਪ ਮੰਡਲ। ਬੇਸਿਕਲੀ अगर आप इंग्लिश की गल करते हैं, इंग्लिश के जिन्होंने CBSE तो स्टडी की है या नॉर्मली जिन्होंने इंग्लिश मीडियम तो भी स्टडी की है उन्होंने पढ़िया होगा स्ट्रैटोस्फीयर, ट्रोपोस्फीयर, ठीक है, आयनोस्फीयर, ठीक है। ये जी लेयर्स ने आप कहते हैं लेयर्स ऑफ एटमोसफीयर, इन्होंने लेयर्स ऑफ एटमोसफीयर के नाम तो जानते हैं। ਉਹੀ लेयर्स ਨੂੰ ਇੱਥੇ ਮੰਡਲ ਕਿਹਾ ਜਾਂਦਾ ਹੈ। ਤਾਂ ਮੰਡਲ ਹੈ ਜਿਹੜਾ ਇਸ ਦੀ ਲੇਅਰਸ ਕਿਹੜੀ ਕਿਹੜੀਆਂ ਨੇ ਇਹ ਆਪਣੇ ਡਿਸਕਸ ਕਰ ਲਈਆਂ। ਸਭ ਤੋਂ ਹੇਠਲੀ ਪਰਤ ਅਸ਼ਾਂਤ ਮੰਡਲ ਹੈ। ਹਵਾਈ ਜਹਾਜ਼ ਕਿਸ ਦੇ ਵਿੱਚ ਚੱਲ ਸਕਦੇ ਨੇ? ਸਮਤਾਪ ਮੰਡਲ ਦੇ ਵਿੱਚ। ਓਜ਼ੋਨ ਪਰਤ ਕਿਹੜੀਆਂ ਹਾਨੀਕਾਰਕ ਕਿਰਨਾਂ ਨੂੰ ਧਰਤੀ ਤੇ ਆਉਣ ਤੋਂ ਰੋਕਦੀ ਹੈ? ਪੈਰਾ ਵੈਂਗਨੀ ਕਿਰਨਾਂ, ਜਿਸ ਨੂੰ ਆਪਾਂ UV ਰੇਜ਼ ਕਹਿੰਦੇ ਆ, ਅਲਟਰਾ ਵਾਇਲਟ ਰੇਜ਼, ਅਲਟਰਾ ਵਾਇਲਟ ਰੇਜ਼ ਕਹਿੰਦੇ ਆ। ਤਾਂ ਇਹਨਾਂ ਨੂੰ ਹੀ ਪੈਰਾ ਵੈਂਗਨੀ ਕਿਰਨਾਂ ਪੰਜਾਬੀ ਦੇ ਵਿੱਚ ਕਹਿੰਦੇ ਆਪਾਂ। ਤਾਂ ਓਜ਼ੋਨ ਕਿਹਨਾਂ ਨੂੰ ਰੋਕਦੀ ਹੈ? ਪੈਰਾ ਵੈਂਗਨੀ ਕਿਰਨਾਂ ਨੂੰ। ਨੈਕਸਟ ਹੈ ਤਾਪ ਮੰਡਲ ਦੀ ਹੇਠਲੀ ਤਹਿ ਨੂੰ ਕੀ ਕਹਿੰਦੇ ਹਨ? ਤਾਪ ਮੰਡਲ ਦੀ ਹੇਠਲੀ ਤਹਿ ਨੂੰ ਕੀ ਕਹਿੰਦੇ ਹਨ? ਤਾਪ ਮੰਡਲ ਦੀ ਹੇਠਲੀ ਤਹਿ ਨੂੰ ਕਹਿੰਦੇ ਨੇ ਆਇਨ ਮੰਡਲ। ਆਇਨ ਮੰਡਲ, ਜਿਸ ਨੂੰ ਆਪਾਂ ਆਇਨੋਸਫੀਅਰ ਕਹਿੰਦੇ ਹਾਂ। ਪਾਣੀ ਦਾ ਜਮਾਊ ਅਤੇ ਉਬਾਲ ਦਰਜਾ ਕਿੰਨਾ ਹੈ? ਪਾਣੀ ਦਾ ਜਮਾਊ ਅਤੇ ਉਬਾਲ ਦਰਜਾ ਕਿੰਨਾ ਹੈ? ਪਾਣੀ ਦਾ ਜਮਾਊ ਦਰਜਾ ਹੈਗਾ 0 ਡਿਗਰੀ। ਪਾਣੀ ਕਿੰਨੇ ਟੈਂਪਰੇਚਰ ਤੇ ਜੰਮਦਾ ਹੈ? ਤਾਂ 0 ਡਿਗਰੀ ਤੇ। ਔਰ ਕਿੰਨੇ ਟੈਂਪਰੇਚਰ ਤੇ ਉਬਲਦਾ ਹੈ? ਤਾਂ 100 ਡਿਗਰੀ ਤੇ। ਧਰੂਆਂ ਵੱਲ ਚੱਲਣ ਵਾਲੀਆਂ ਪੌਣਾਂ ਨੂੰ ਕੀ ਕਿਹਾ ਜਾਂਦਾ ਹੈ? ਧਰੂਆਂ ਵੱਲ ਚੱਲਣ ਵਾਲੀਆਂ ਪੌਣਾਂ ਨੂੰ ਪੱਛਮੀ ਪੌਣਾ ਕਿਹਾ ਜਾਂਦਾ ਹੈ। ਠੀਕ ਹੈ, ਸਾਊਦਰਨ ਵਿੰਡਸ ਅਗਰ ਆਪਾਂ ਗੱਲ ਕਰਦੇ ਹਾਂ, ਆਪਾਂ ਡਿਸਕਸ ਕੀਤਾ ਹੋਇਆ ਕਾਫੀ। ਅਗਰ ਜੋਗਰਾਫੀ ਦੀ ਗੱਲ ਕਰਦੇ, ਜੋਗਰਾਫੀ ਦੇ ਕਲਾਸਿਸ ਦੇ ਵਿੱਚ ਤੁਸੀਂ ਡਿਸਕਸ ਕੀਤਾ ਹੋਣਾ ਕਿ ਨਾਰਦਰਨ ਵਿੰਡਸ, ਈਸਟਰਨ ਵਿੰਡਸ, ਵੈਸਟਰਨ ਵਿੰਡਸ, ਇਹਨਾਂ ਨੂੰ ਪੁੱਛਿਆ ਜਾਂਦਾ ਕਿ ਧਰੂਆਂ ਵੱਲ ਚੱਲਣ ਵਾਲੀਆਂ ਪੌਣਾਂ ਨੂੰ ਕੀ ਕਹਿੰਦੇ ਨੇ? ਪੱਛਮੀ ਪੌਣਾ। ਵਪਾਰਕ ਪੌਣਾ, ਪੱਛਮੀ ਪੌਣਾ ਨੂੰ ਹੋਰ ਕਿਸ ਨਾਂ ਦਿੱਤਾ ਜਾਂਦਾ ਹੈ? ਸਥਾਈ ਪੌਣਾ। ਪੱਛਮੀ ਪੌਣਾ ਨੂੰ ਵਪਾਰਕ ਪੌਣਾ ਵੀ ਕਹਿੰਦੇ ਹਨ, ਟ੍ਰੇਡ ਵਿੰਡਸ ਵੀ ਕਹਿੰਦੇ ਨੇ, ਔਰ ਸਥਾਈ ਪੌਣਾ ਵੀ ਕਹਿੰਦੇ ਨੇ। ਧਰੂਆਂ ਵੱਲੋਂ 60 ਤੋਂ 65 ਡਿਗਰੀ ਅਸ਼ਕਾਂਸ਼ਾਂ ਵੱਲ ਚੱਲਣ ਵਾਲੀਆਂ ਪੌਣਾਂ ਨੂੰ ਕੀ ਕਿਹਾ ਜਾਂਦਾ ਹੈ? ਧਰੂਵੀ ਪੌਣਾ। ਠੀਕ ਹੈ, ਇਹ ਤਾਂ ਇਸ ਦੇ ਵਿੱਚ ਤਾਂ ਕੁਐਸਚਨ ਕੋਈ ਸਟੱਡੀ ਕਰਨ ਵਾਲਾ ਵੀ ਨਹੀਂ ਹੈ ਕਿ ਧਰੂਆਂ ਵੱਲੋਂ 60 ਤੋਂ 65 ਅਸ਼ਕਾਂਸ਼ਾਂ ਵਿੱਚੋਂ ਚੱਲਣ ਵਾਲੀਆਂ ਪੌਣਾਂ ਨੂੰ ਕੀ ਕਿਹਾ ਜਾਂਦਾ ਹੈ? ਧਰੂਵੀ ਪੌਣਾ। ਨੈਕਸਟ ਹੈ ਘੋੜੇ ਦੇ ਅਸ਼ਕਾਂਸ਼ ਕਿਸ ਨੂੰ ਕਿਹਾ ਜਾਂਦਾ ਹੈ? ਘੋੜੇ ਦੇ ਅਕਸ਼ਾਂਸ਼ ਸ਼ਾਂਤ ਮੰਡਲ ਪੇਟੀਆਂ ਨੂੰ, ਸ਼ਾਂਤ ਮੰਡਲ ਪੇਟੀਆਂ ਨੂੰ। ਚੱਕਰਵਾਤਾਂ ਦੇ ਕਾਰਨ ਆਉਣ ਵਾਲੀਆਂ ਵਰਖਾ ਨੂੰ ਕੀ ਕਹਿੰਦੇ ਹਨ? ਚੱਕਰਵਾਤੀ ਵਰਖਾ। ਬੇਸਿਕਲੀ ਇਹ ਇੰਪੋਰਟੈਂਟ ਬਣੇਗਾ ਸ਼ਾਂਤ ਮੰਡਲ ਪੇਟੀਆਂ ਨੂੰ। ਬੇਸਿਕਲੀ ਅਗਰ ਇੰਡੀਆ ਅਰਥ ਦੀ ਗੱਲ ਕਰਦੇ ਹਾਂ, ਇਸ ਨੂੰ ਟ੍ਰੋਪੀਕਲ ਜ਼ੋਨਸ, ਤੁਸੀਂ ਸੁਣਿਆ ਹੋਏਗਾ ਟ੍ਰੋਪੀਕਲ ਜ਼ੋਨ, ਸਬ ਟ੍ਰੋਪੀਕਲ ਜ਼ੋਨ, ਇਹਨਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਟ੍ਰੋਪੀਕਲ ਜ਼ੋਨ, ਸਬ ਟ੍ਰੋਪੀਕਲ ਜ਼ੋਨ, ਔਰ ਅਗਰ ਸਬ ਟ੍ਰੋਪੀਕਲ ਨੂੰ ਟੈਂਪਰੇਟ ਜ਼ੋਨ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਹੋਰ ਵੀ 3 ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਤਾਂ ਜਿਹੜਾ ਜ਼ੋਨਸ ਨੇ, ਇਹਨਾਂ ਜ਼ੋਨਸ ਨੂੰ, ਅਰਥ ਨੂੰ ਜਿਸ ਨੂੰ ਡਿਵਾਈਡ ਕੀਤਾ ਜਾਂਦਾ ਹੈ, ਉਸਨੂੰ ਇੱਕ ਨੂੰ ਘੋੜੇ ਦੇ ਅਕਸ਼ਾਂਸ਼ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਘੋੜੇ ਦੇ ਅਕਸ਼ਾਂਸ਼ ਜ਼ੋਨ ਕਿਸ ਨੂੰ ਕਿਹਾ ਜਾਂਦਾ ਹੈ? ਸ਼ਾਂਤ ਮੰਡਲ ਪੇਟੀਆਂ ਨੂੰ, ਸ਼ਾਂਤ ਮੰਡਲ ਪੇਟੀਆਂ। ਠੀਕ ਹੈ ਜੀ। ਨੈਕਸਟ ਚੱਕਰਵਾਤਾਂ ਦੇ ਆਉਣ ਕਾਰਨ ਵਰਖਾ ਨੂੰ ਕੀ ਕਹਿੰਦੇ ਨੇ? ਚੱਕਰਵਰਤੀ ਵਰਖਾ। ਠੀਕ ਹੈ, ਜਿਹੜੀ ਸਾਈਕਲੋਨਸ ਕਰਕੇ ਸਾਈਕਲੋਨਸ ਕਹਿ ਲਈਏ ਜਾਂ ਟਾਈਫੂਨ ਕਹਿ ਲਈਏ, ਇੱਕੋ ਹੀ ਗੱਲ ਹੈ। ਤਾਂ ਇਹਨਾਂ ਦੀ ਆਉਣ ਵਾਲੀ ਵਰਖਾ ਨੂੰ ਕੀ ਕਹਿੰਦੇ ਨੇ? ਚੱਕਰਵਰਤੀ ਵਰਖਾ। ਇੱਕੋ ਜਿਹੇ ਵਾਯੂ ਦਾਬ ਕੇਂਦਰਾਂ ਨੂੰ ਮਿਲਾਉਣ ਵਾਲੇ ਰੇਖਾ ਨੂੰ ਕੀ ਕਿਹਾ ਜਾਂਦਾ ਹੈ? ਸਮਵਾਯੂ ਦਾਬ ਰੇਖਾ ਜਾਂ ਆਈਸੋਬਾਰ। ਇੱਕੋ ਜਿਹੇ ਵਾਯੂ ਦਾਬ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਨੂੰ ਕੀ ਕਿਹਾ ਜਾਂਦਾ ਹੈ? ਆਈਸੋਬਾਰ। ਪੌਣਾ ਕਿਹੜੇ ਖੇਤਰਾਂ ਤੋਂ ਕਿਹੜੇ ਖੇਤਰਾਂ ਵੱਲ ਨੂੰ ਚੱਲਦੀਆਂ ਹਨ? ਵੱਧ ਦਾਬ ਦੇ ਖੇਤਰਾਂ ਤੋਂ ਘੱਟ ਦਾਬ ਦੇ ਖੇਤਰ ਵੱਲ। ਜਿੱਥੇ ਪ੍ਰੈਸ਼ਰ ਦੀ ਗੱਲ ਕਰਦੇ ਹਾਂ, ਤਾਂ ਪ੍ਰੈਸ਼ਰ ਹਾਈ ਟੂ ਲੋ ਪ੍ਰੈਸ਼ਰ ਵੱਲ ਕੀ ਚੱਲਦੀਆਂ ਨੇ? ਹਵਾਵਾਂ ਚੱਲਦੀਆਂ ਨੇ, ਵਿੰਡਸ ਚੱਲਦੀਆਂ ਨੇ। ਭੂਮੱਧ ਰੇਖਾ ਵੱਲ ਨੂੰ ਚੱਲ ਰਹੀ ਪੌਣਾ ਨੂੰ ਕੀ ਕਿਹਾ ਜਾਂਦਾ ਹੈ? ਵਪਾਰਕ ਪੌਣਾ। ਭੂਮੱਧ ਰੇਖਾ ਇਕੁਏਟਰ ਵੱਲ ਨੂੰ ਆਪਾਂ ਕੱਲ੍ਹ ਡਿਸਕਸ ਕੀਤਾ ਸੀ, ਭੂਮੱਧ ਰੇਖਾ ਇਕੁਏਟਰ। ਅਤੇ ਇਕੁਏਟਰ ਵੱਲ ਨੂੰ ਚੱਲ ਰਹੀ ਵਿੰਡਸ ਨੂੰ ਕੀ ਕਿਹਾ ਜਾਂਦਾ ਹੈ? ਵਪਾਰਕ ਪੌਣਾ, ਟ੍ਰੇਡ ਵਿੰਡਸ। ਭੂਮੱਧ ਰੇਖਾ 5 ਡਿਗਰੀ ਉੱਤਰ ਤੋਂ 5 ਡਿਗਰੀ ਦੱਖਣ ਅਕਸ਼ਾਂਸ਼ ਤੱਕ
ਘੱਟ ਵਾਯੂ ਦਾਬ ਦੀ ਪੇਟੀ ਬਣ ਜਾਂਦੀ ਹੈ ਉਸਨੂੰ ਕੀ ਕਹਿੰਦੇ ਹਨ? ਡੋਲਡਰਮਸ। ਜਿਹੜੀ ਆਪਾਂ ਗੱਲ ਹੁਣੇ ਕੀਤੀ ਸੀ ਟੈਂਪਰੇਟ ਜ਼ੋਨ, ਫ੍ਰਿਜਿਡ ਜ਼ੋਨ ਔਰ ਟ੍ਰੋਪੀਕਲ ਜ਼ੋਨ। ਟੈਂਪਰੇਟ ਜ਼ੋਨ, ਫ੍ਰਿਜਿਡ ਜ਼ੋਨ ਔਰ ਟ੍ਰੋਪੀਕਲ ਜ਼ੋਨ, ਇਹਨਾਂ 3 ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਤੇ ਜਿਹੜੇ ਇਹ ਜ਼ੋਨਸ ਨੇ ਇਹਨਾਂ ਜ਼ੋਨਸ ਦੇ ਵਿੱਚ ਜਿਹੜੇ ਡਿਵਾਈਡ ਕੀਤੇ ਜਾਂਦੇ ਨੇ, ਇੱਕ ਨੂੰ ਆਪਾਂ ਕਹਿੰਦੇ ਆ ਹੋਰਸ ਵਾਲੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਘੋੜਾ ਅਕਸ਼ਾਂਸ਼, ਦੂਸਰੀ ਡੋਲਡਰਮਸ, ਦੂਸਰੀ ਨੂੰ ਕੀ ਕਿਹਾ ਜਾਂਦਾ ਹੈ? ਡੋਲਡਰਮਸ। ਠੀਕ ਹੈ ਜੀ। ਤਾਂ ਭੂਮੱਧ ਰੇਖਾ 5 ਡਿਗਰੀ ਉੱਪਰ ਤੋਂ 5 ਡਿਗਰੀ ਥੱਲੇ ਤੱਕ ਜਿਹੜਾ ਜ਼ੋਨ ਬਣਦਾ ਹੈ ਉਸਨੂੰ ਡੋਲਡਰਮਸ ਕਹਿੰਦੇ ਆਪਾਂ, ਡੋਲਡਰਮਸ। ਹਵਾ ਵਿੱਚ ਹਰ ਸਮੇਂ ਥੋੜ੍ਹੀ ਬਹੁਤ ਮਾਤਰਾ ਵਿੱਚ ਪਾਣੀ ਦੇ ਜੋ ਕਣ ਹੁੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੌਣਾ ਦੀ ਨਮੀ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੌਣਾ ਦੀ ਨਮੀ। ਠੀਕ ਹੈ ਜੀ। ਨੈਕਸਟ ਹੈ ਧਰਤੀ ਉੱਤੇ ਜਲ ਕਿੰਨੇ ਪ੍ਰਤੀਸ਼ਤ ਹੈ ਅਤੇ ਥਲ ਕਿੰਨੇ ਪ੍ਰਤੀਸ਼ਤ ਹੈ? ਇਹ ਆਪਾਂ ਡਿਸਕਸ ਕਰ ਲਿਆ ਸੀ ਕਿ ਅਗਰ 71% ਜਲ ਹੈ ਤਾਂ ਬਾਕੀ ਦਾ 29% ਕੀ ਹੈ? ਥਲ ਭਾਗ ਹੈ। ਨੈਕਸਟ ਹੈ ਵਿਸ਼ਾਲ ਜਲ ਭਾਗ ਨੂੰ ਕੀ ਕਿਹਾ ਜਾਂਦਾ ਹੈ? ਵਿਸ਼ਾਲ ਜਲ ਭਾਗ ਨੂੰ ਮਹਾਸਾਗਰ ਕਿਹਾ ਜਾਂਦਾ ਹੈ। ਕਿੰਨੇ ਮਹਾਸਾਗਰ ਨੇ? ਕੱਲ ਡਿਸਕਸ ਕੀਤੇ ਸੀ 4 ਮਹਾਸਾਗਰ ਨੇ। 4 ਮਹਾਸਾਗਰਾਂ ਦੇ ਵਿੱਚੋਂ ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ? ਪ੍ਰਸ਼ਾਂਤ ਮਹਾਸਾਗਰ। ਸਭ ਤੋਂ ਛੋਟਾ ਕਿਹੜਾ ਹੈ? ਆਰਕਟਿਕ ਮਹਾਸਾਗਰ। ਭਾਰਤ ਦੇ ਦੱਖਣ ਵਿੱਚ ਲਗਹਟ ਮਹਾਸਾਗਰ ਦਾ ਨਾਮ ਦੱਸੋ। ਹਿੰਦ ਮਹਾਸਾਗਰ। ਇੰਡੀਆ ਦੇ ਸਾਊਦਰਨ ਹਿੱਸੇ ਦੇ ਵਿੱਚ ਜਿਹੜਾ ਮਹਾਸਾਗਰ ਹੈ ਉਹ ਕਿਹੜਾ ਮਹਾਸਾਗਰ ਹੈ? ਹਿੰਦ ਮਹਾਸਾਗਰ। ਇੰਡੀਆ ਦੇ ਨਾਮ ਦੇ ਉੱਤੇ ਹੀ ਰੱਖਿਆ ਗਿਆ ਹਿੰਦ ਮਹਾਸਾਗਰ। ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਮਹਾਸਾਗਰ ਦਾ ਨਾਮ ਦੱਸੋ। ਕੁਐਸਚਨ ਰਿਪੀਟ ਹੈ ਕਿ ਸਭ ਤੋਂ ਵੱਡਾ ਮਹਾਸਾਗਰ ਸ਼ਾਂਤ ਮਹਾਸਾਗਰ ਜਾਂ ਪ੍ਰਸ਼ਾਂਤ ਮਹਾਸਾਗਰ ਕਹਿੰਦੇ ਆ, ਤੇ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ? ਆਰਕਟਿਕ ਮਹਾਸਾਗਰ। ਮਹਾਸਾਗਰੀ ਜਲ ਦੀਆਂ ਕਿੰਨੀਆਂ ਗਤੀਆਂ ਹਨ? ਤੇ ਗਤੀਆਂ ਕਿਹੜੀਆਂ ਹਨ? 3 ਗਤੀਆਂ, ਲਹਿਰਾਂ, ਸਾਗਰੀ ਧਾਰਾਵਾਂ ਤੇ ਜਵਾਰ ਭਾਟਾ। ਲਹਿਰਾਂ, ਸਾਗਰੀ ਧਾਰਾਵਾਂ ਅਤੇ ਜਵਾਰ ਭਾਟਾ। ਲੰਡਨ ਦੀ ਬੰਦਰਗਾਹ ਕਿਸ ਨਦੀ ਦੇ ਕੰਢੇ ਉੱਪਰ ਹੈ? ਲੰਡਨ ਦੀ ਬੰਦਰਗਾਹ ਕਿਸ ਨਦੀ ਦੇ ਕੰਢੇ ਉੱਤੇ ਹੈ? ਥੇਮਸ ਆਏਗਾ ਇੱਥੇ, ਥੇਮਸ ਨਦੀ। ਟਾਈਪਿੰਗ ਮਿਸਟੇਕ ਹੈ, ਥੇਮਸ ਨਦੀ। ਜਿਹੜੀ ਥੇਮਸ ਰਿਵਰ ਹੈ ਬੇਸਿਕਲੀ ਜਿਹੜਾ ਲੰਡਨ ਸਿਟੀ ਹੈ, ਜਿਸ ਤਰੀਕੇ ਨਾਲ ਕੁਐਸਚਨਸ ਪੁੱਛੇ ਜਾਂਦੇ ਨੇ ਕਿ ਲਖਨਊ ਕਿਹੜੀ ਸਿਟੀ ਦੇ ਕਿਨਾਰੇ ਹੈ, ਗੁਹਾਟੀ ਕਿਹੜੀ ਸਿਟੀ ਦੇ ਕਿਨਾਰੇ ਹੈ, ਹੈਦਰਾਬਾਦ ਕਿਹੜੀ ਸਿਟੀ ਦੇ ਕਿਨਾਰੇ ਹੈ। ਠੀਕ ਹੈ, ਚਲੋ ਇਹ ਤਾਂ ਹਰ ਇੱਕ ਨੂੰ ਪਤਾ ਹੋਏਗਾ। ਹਰਿਦੁਆਰ ਕਿਹੜੀ ਸਿਟੀ ਦੇ ਕਿਨਾਰੇ ਹੈ? ਗੰਗਾ ਰਿਵਰ ਦੇ ਕਿਨਾਰੇ ਹੈ। ਠੀਕ ਹੈ, ਹੈਦਰਾਬਾਦ ਗੱਲ ਕਰਦੇ ਹਾਂ ਮੂਸੀ ਰਿਵਰ ਦੇ ਕਿਨਾਰੇ ਹੈ। ਗੁਹਾਟੀ ਦੀ ਗੱਲ ਕਰਦੇ ਹਾਂ ਬ੍ਰਹਮਪੁੱਤਰਾ ਰਿਵਰ ਦੇ ਕਿਨਾਰੇ ਹੈ। ਲਖਨਊ ਦੀ ਗੱਲ ਕਰਦੇ ਹਾਂ ਤਾਂ ਗੋਮਤੀ ਰਿਵਰ ਦੇ ਕਿਨਾਰੇ ਹੈ। ਠੀਕ ਹੈ, ਇਸੇ ਤਰੀਕੇ ਨਾਲ ਜਿਹੜਾ ਲੰਡਨ ਹੈ, ਲੰਡਨ ਸਿਟੀ ਹੈ, ਇਹ ਕਿਹੜੀ ਰਿਵਰ ਦੇ ਕਿਨਾਰੇ ਬਣੀ ਹੋਈ ਹੈ? ਇਹ ਥੇਮਸ ਰਿਵਰ ਦੇ ਕਿਨਾਰੇ ਬਣੀ ਹੋਈ ਹੈ। ਨੈਕਸਟ ਹੈ ਕਿਹੜੇ ਸਾਗਰ ਦਾ ਨਾਮ ਭਾਰਤ ਦੇਸ਼ ਦੇ ਨਾਮ ਤੇ ਪਿਆ ਸੀ? ਹਿੰਦ ਮਹਾਸਾਗਰ। ਇਹ ਆਪਾਂ ਹੁਣੇ ਡਿਸਕਸ ਕੀਤਾ ਹੈ ਕਿ ਇੰਡੀਅਨ ਓਸ਼ਨ ਹੈ ਜਿਹੜਾ ਇੰਡੀਆ ਦੇ ਨਾਮ ਤੋਂ ਇੰਡੀਅਨ ਓਸ਼ਨ ਰੱਖਿਆ ਗਿਆ ਸੀ। ਠੀਕ ਹੈ, ਇਹ ਕਹਿ ਸਕਦੇ ਹਾਂ ਹਿੰਦੁਸਤਾਨ ਦੇ ਨਾਮ ਤੋਂ ਹਿੰਦ ਮਹਾਸਾਗਰ ਦਾ ਨਾਮ ਰੱਖਿਆ ਗਿਆ ਸੀ। ਨੈਕਸਟ ਹੈ ਸਭ ਤੋਂ ਵੱਧ ਲੂਣ ਦੀ ਮਾਤਰਾ ਕਿਹੜੇ ਸਾਗਰ ਦੇ ਵਿੱਚ ਹੈ? ਤਾਂ ਮ੍ਰਿਤ ਸਾਗਰ ਦੇ ਵਿੱਚ। ਲੂਣ ਅਗਰ ਉਸ ਦੀ ਗੱਲ ਕਰੀਏ ਸਾਲਟ ਦੀ, ਤਾਂ ਸਭ ਤੋਂ ਜ਼ਿਆਦਾ ਸਾਲਟ ਕਿਹੜੇ ਮਹਾਸਾਗਰ ਦੀ ਗੱਲ ਕਰਦੇ ਹਾਂ ਤਾਂ ਕਿਹੜੇ ਜਾਂ ਸਾਗਰ ਮਹਾਸਾਗਰ ਓਸ਼ਨਸ ਹੋ ਗਏ, ਸਾਗਰ ਸੀ ਹੋ ਗਏ। ਸੀ ਹੁੰਦੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਮ੍ਰਿਤ ਸਾਗਰ ਯਾਨੀ ਕਿ ਡੈਡ ਸੀ, ਜਿਹੜਾ ਡੈਡ ਸੀ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਸਾਲਟ ਪਾਇਆ ਜਾਂਦਾ ਹੈ। ਸੰਸਾਰ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਥਲ ਖੇਤਰ ਵਣਾਂ ਹੇਠ ਹੈ? ਅਗਰ ਆਪਾਂ ਗੱਲ ਕਰਦੇ ਹਾਂ ਫੋਰੈਸਟ ਏਰੀਆ ਦੀ ਤਾਂ ਫੋਰੈਸਟ ਏਰੀਆ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਏਰੀਆ ਫੋਰੈਸਟ ਏਰੀਆ ਹੈ? 30%। 30% ਏਰੀਆ ਸੰਸਾਰ ਦਾ ਵਰਲਡ ਦਾ ਫੋਰੈਸਟ ਏਰੀਆ ਹੈ। ਵਣਾਂ ਦੀ ਕਿਸਮਾਂ ਦੇ ਨਾਂ ਦੱਸੋ। ਵਣਾਂ ਦੀ ਕਿਸਮ ਯਾਨੀ ਕਿ ਫੋਰੈਸਟ ਦੀ ਜਿਹੜੀ ਕਿਸਮਾਂ ਨੇ ਉਹ ਕਿਹੜੀਆਂ ਨੇ? ਭੂਮੱਧ ਰੇਖੀ ਵਨ, ਇਕਟੋਰੀਅਲ ਫੋਰੈਸਟ, ਮੌਨਸੂਨੀ ਜਾਂ ਪਤਝੜੀ ਜਿਹਨਾਂ ਨੂੰ ਆਪਾਂ ਡੈਲੀਸ਼ੀਅਸ ਫੋਰੈਸਟ ਕਹਿੰਦੇ ਆ ਜਾਂ ਮੌਨਸੂਨ ਫੋਰੈਸਟ ਕਹਿੰਦੇ ਆ, ਨੋਕਿਲੇ ਪੱਤਿਆਂ ਵਾਲੇ ਵਨ, ਨੋਕਿਲੇ ਪੱਤਿਆਂ ਵਾਲੇ ਵਨ। ਠੀਕ ਹੈ ਜੀ। ਨੈਕਸਟ ਹੈ ਮਨੁੱਖ ਇਤਿਹਾਸਿਕ ਕਾਲ ਤੋਂ ਹੀ ਵਣਾਂ ਦੀ ਕਟਾਈ ਕਿਉਂ ਕਰ ਰਿਹਾ ਹੈ? ਖੇਤੀਯੋਗ ਭੂਮੀ ਪ੍ਰਾਪਤ ਕਰਨ ਦੇ ਲਈ। ਕੀ ਸੀਗਾ ਅਗਰ ਆਪਾਂ ਗੱਲ ਕਰਦੇ ਹਾਂ ਹਿਸਟਰੀ ਦੀ, ਤਾਂ ਹਿਸਟਰੀ ਦੇ ਵਿੱਚ ਸਭ ਤੋਂ ਜਦੋਂ ਪਹਿਲੇ ਏਰੀਆ ਸੀਗਾ ਫੋਰੈਸਟ ਏਰੀਆ ਕਾਫੀ ਜ਼ਿਆਦਾ ਸੀ, ਤਾਂ ਇਨਸਾਨ ਨੇ ਕੀ ਕੀਤਾ? ਇਨਸਾਨ ਨੇ ਫੋਰੈਸਟ ਨੂੰ ਕੱਟ ਕੇ ਆਪਦੇ ਲਈ ਖੇਤੀ ਕਰਨ ਦੇ ਲਈ ਜਗ੍ਹਾ ਬਣਾਉਣੀ ਸ਼ੁਰੂ ਕੀਤੀ।
ਉਸ ਤੋਂ ਬਾਅਦ ਇਨਸਾਨ ਨੇ ਉਸ ਖੇਤੀ ਵਾਲੀ ਜਗ੍ਹਾ ਨੂੰ ਵੀ ਖਤਮ ਕਰਨਾ ਸ਼ੁਰੂ ਕਰ ਰੱਖਿਆ ਹੈ ਅਤੇ ਉੱਥੇ ਬਿਲਡਿੰਗਸ ਬਣਾ ਰਿਹਾ, ਡਿਫਰੈਂਟ ਇੰਡਸਟਰੀਜ਼ ਲਗਾਈਆਂ ਜਾ ਰਹੀਆਂ ਨੇ। ਤਾਂ ਕਿ ਜਿਹੜੀ ਕਟਾਈ ਹੈ ਕਿਉਂ ਕਰ ਰਿਹਾ ਹੈ, ਕਟਾਈ ਸਭ ਤੋਂ ਜ਼ਿਆਦਾ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਖੇਤੀਯੋਗ ਭੂਮੀ ਬਣਾਈ ਜਾ ਸਕੇ। ਭੂਮੱਧ ਰੇਖਾ ਵਣਾਂ ਨੂੰ ਦੱਖਣੀ ਅਮਰੀਕਾ ਵਿੱਚ ਕੀ ਕਿਹਾ ਜਾਂਦਾ ਹੈ? ਇਕੁਟੋਰੀਅਲ ਫੋਰੈਸਟ ਨੇ ਜਿਹੜੇ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸ਼ੈਲਵਾਜ਼ ਕਿਹਾ ਜਾਂਦਾ ਹੈ, ਸ਼ੈਲਵਾਜ਼ ਫੋਰੈਸਟ। ਨੈਕਸਟ ਹੈ ਮੌਨਸੂਨੀ ਵਣਾਂ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਮੌਨਸੂਨੀ ਵਣਾਂ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਪਤਝੜੀ ਵਣ, ਹੁਣੇ ਆਪਾਂ ਡਿਸਕਸ ਕੀਤੇ ਸੀ। ਨੋਕੀਲੇ ਪੱਤਿਆਂ ਵਾਲੇ ਵਣ ਕਿਹੜੇ ਖੇਤਰਾਂ ਵਿੱਚ ਪਾਏ ਜਾਂਦੇ ਹਨ? ਸ਼ੀਤ ਊਸ਼ਣ ਖੇਤਰਾਂ ਵਿੱਚ, ਸ਼ੀਤ ਊਸ਼ਣ ਖੇਤਰਾਂ ਦੇ ਵਿੱਚ ਪਾਏ ਜਾਂਦੇ ਨੇ ਨੋਕੀਲੇ ਪੱਤਿਆਂ ਵਾਲੇ ਵਣ। ਨੈਕਸਟ ਹੈ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਨੇ ਕੀ ਕਦਮ ਚੁੱਕੇ ਹਨ? ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ ਕੀ ਕੀਤਾ ਜਾ ਸਕਦਾ ਹੈ? ਇੱਕ ਤਾਂ ਰਾਸ਼ਟਰੀ ਪਾਰਕ ਸਥਾਪਿਤ ਕੀਤੇ ਨੇ, ਨੈਸ਼ਨਲ ਪਾਰਕਸ ਬਣਾਏ ਗਏ ਨੇ। ਨੈਸ਼ਨਲ ਪਾਰਕਸ ਬੇਸਿਕਲੀ ਇੱਕ ਇਲਾਕਾ ਡਿਸਾਈਡ ਕਰ ਲਿਆ ਗਿਆ ਹੈ ਕਿ ਇਸ ਇਲਾਕੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਹਿਊਮਨ ਐਕਟੀਵਿਟੀ ਨਹੀਂ ਹੋਏਗੀ। ਠੀਕ ਹੈ, ਅਗਰ ਹਿਊਮਨ ਐਕਟੀਵਿਟੀ ਨਹੀਂ ਹੋਏਗੀ ਤਾਂ ਜਿਹੜੇ ਬੇਸਿਕਲੀ ਜਿਹੜੇ ਜਾਨਵਰ ਨੇ ਉਹ ਪ੍ਰੋਪਰ ਆਪਣੇ ਨੇਚਰਲ ਤਰੀਕੇ ਨਾਲ ਹੀ ਰਹਿ ਸਕਣਗੇ, ਜਿਸ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। ਦੂਸਰਾ, ਸ਼ਿਕਾਰ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਨੈਕਸਟ ਹੈ ਅਫਰੀਕਾ। ਅਫਰੀਕਾ ਮਹਾਦੀਪ ਵਿੱਚ ਪਾਏ ਜਾਣ ਵਾਲੇ ਮਾਰੂਥਲਾਂ ਦੇ ਨਾਂ ਦੱਸੋ। ਅਫਰੀਕਾ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ, ਅਫਰੀਕਨ ਕੌਂਟੀਨੈਂਟ ਹੈ ਜਿਹੜਾ, ਇਸ ਦੇ ਵਿੱਚ ਕਿਹੜੇ ਇੰਪੋਰਟੈਂਟ ਮਾਰੂਥਲਸ ਪਾਏ ਜਾਂਦੇ ਨੇ? ਡੈਜ਼ਰਟ ਪਾਏ ਜਾਂਦੇ ਨੇ। ਤਾਂ ਸਹਾਰਾ ਮਾਰੂਥਲ ਔਰ ਕਾਲਾਹਾਰੀ ਮਾਰੂਥਲ, ਸਹਾਰਾ ਮਾਰੂਥਲ ਔਰ ਕਾਲਾਹਾਰੀ ਡੈਜ਼ਰਟ, ਸਹਾਰਾ ਡੈਜ਼ਰਟ ਔਰ ਕਾਲਾਹਾਰੀ ਡੈਜ਼ਰਟ ਕਿੱਥੇ ਹੈ? ਅਫਰੀਕਾ ਦੇ ਵਿੱਚ। ਆਸਟ੍ਰੇਲੀਆ ਵਿੱਚ ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ? ਡਾਊਨਸ, ਡਾਊਨਸ ਕਿਹਾ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਨੂੰ। ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਨੂੰ ਦੱਖਣੀ ਅਫਰੀਕਾ ਵਿੱਚ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ? ਦੱਖਣੀ ਅਮਰੀਕਾ ਦੇ ਵਿੱਚ ਪੰਪਸ, ਪੈਂਪਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਭਾਰਤ ਵਿੱਚ ਕਿਹੜੇ ਦਰਿਆ ਅੰਦਰੂਨੀ ਜਲ ਮਾਰਗ ਦਾ ਕੰਮ ਕਰਦੇ ਹਨ? ਗੰਗਾ ਅਤੇ ਬ੍ਰਹਮਪੁੱਤਰੀ ਦਰਿਆ, ਗੰਗਾ ਰਿਵਰ ਔਰ ਬ੍ਰਹਮਪੁੱਤਰ ਰਿਵਰ ਹੈ ਜਿਹੜੀ ਅੰਦਰੂਨੀ ਜਲ ਮਾਰਗ ਦਾ ਕੰਮ ਕਰਦੀ ਹੈ, ਇਨਲੈਂਡ ਟਰਾਂਸਪੋਰਟ ਦਾ ਕੰਮ। ਠੀਕ ਹੈ, ਕਿਉਂਕਿ ਅਗਰ ਆਪਾਂ ਗੱਲ ਕਰਦੇ ਹਾਂ ਗੰਗਾ ਰਿਵਰ ਕਾफ़ੀ ਜ਼ਿਆਦਾ ਵੱਡੀ ਹੈ, ਬ੍ਰਹਮਪੁੱਤਰ ਰਿਵਰ ਵੀ ਕਾफ़ੀ ਵੱਡੀ ਰਿਵਰ ਹੈ, ਤਾਂ ਇਹਨਾਂ ਰਿਵਰਸ ਦੇ ਰਾਹੀਂ ਇਨਲੈਂਡ ਟਰਾਂਸਪੋਰਟ ਕੀਤਾ ਜਾਂਦਾ। ਇਨਲੈਂਡ ਟਰਾਂਸਪੋਰਟ ਦਾ ਕੰਮ ਕਿਸ ਕਿਹੜੀ ਰਿਵਰਸ ਦੇ ਨਾਲ ਹੁੰਦਾ ਹੈ? ਗੰਗਾ ਔਰ ਬ੍ਰਹਮਪੁੱਤਰ ਰਿਵਰ ਦੇ ਨਾਲ। ਸਵੇਜ ਨਹਿਰ ਕਿਹੜੇ ਸਾਗਰਾਂ ਨੂੰ ਮਿਲਾਉਂਦੀ ਹੈ? ਸਵੇਜ ਨਹਿਰ ਹੈ ਜਿਹੜੀ, ਸਵੇਜ ਨਹਿਰ ਕਿਹੜੇ ਸਾਗਰਾਂ ਨੂੰ ਮਿਲਾਉਂਦੀ ਹੈ? ਭੂਮੱਧ ਸਾਗਰ ਅਤੇ ਲਾਲ ਸਾਗਰ ਨੂੰ। ਭੂਮੱਧ ਸਾਗਰ ਹੈ ਜਿਹੜਾ ਔਰ ਲਾਲ ਸਾਗਰ ਹੈ ਜਿਹੜਾ, ਰੈੱਡ ਸੀ ਹੈ, ਇਹਨਾਂ ਨੂੰ ਜੋੜਦੀ ਹੈ ਸਵੇਜ ਨਹਿਰ। ਸਵੇਜ ਨਹਿਰ ਜਾਂ ਕਹਿ ਸਕਦੇ ਇੰਗਲਿਸ਼ ਦੇ ਵਿੱਚ ਆਪਾਂ ਇਹਨਾਂ ਨੂੰ ਕਹਿੰਦੇ ਹੁੰਦੇ ਹਾਂ ਸਵਿਸ ਕੈਨਾਲ, ਸਵਿਸ ਕੈਨਾਲ। ਠੀਕ ਹੈ, ਕੁਐਸਚਨ ਪੁੱਛੇ ਜਾਂਦੇ ਕਿ ਸਵਿਸ ਕੈਨਾਲ ਕਿਸ ਨੂੰ ਜੋੜਦੀ ਹੈ? ਭੂਮੱਧ ਸਾਗਰ ਅਤੇ ਲਾਲ ਸਾਗਰ ਨੂੰ। ਕਿਹੜੇ ਸਾਗਰਾਂ ਦੇ ਸੰਸਾਰ ਦਾ ਸਭ ਤੋਂ ਵੱਧ ਵਪਾਰ ਹੁੰਦਾ ਹੈ? ਕਿਹੜੇ ਮਾਰਗ ਤੋਂ? ਤਾਂ ਉੱਤਰੀ ਅੰਧ ਮਹਾਸਾਗਰ ਮਾਰਗ ਤੋਂ। ਉੱਤਰੀ ਅੰਧ ਮਹਾਸਾਗਰ ਮਾਰਗ ਤੋਂ ਸਭ ਤੋਂ ਜ਼ਿਆਦਾ ਵਪਾਰ ਕੀਤਾ ਜਾਂਦਾ, ਟ੍ਰੇਡ ਕੀਤਾ ਜਾਂਦਾ। ਜਿਹੜਾ ਰੇਲ ਮਾਰਗ ਲੈਨਿਨਗ੍ਰਾਡ ਨੂੰ ਵਲਾਡੀਵਾਸਤਕ ਨਾਲ ਜੋੜਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਜਿਹੜਾ ਰੇਲ ਮਾਰਗ ਲੈਨਿਨਗ੍ਰਾਡ ਨੂੰ ਵਲਾਡੀਵਾਸਤਕ ਨਾਲ ਜੋੜਦਾ ਹੈ ਉਸ ਨੂੰ ਕੀ ਕਹਿੰਦੇ ਹਨ? ਟਰਾਂਸ ਸਾਈਬੇਰੀਅਨ ਰੇਲਵੇ, ਟਰਾਂਸ ਸਾਈਬੇਰੀਅਨ ਰੇਲਵੇ। ਕਿਹੜਾ ਜਲ ਮਾਰਗ ਪੱਛਮੀ ਯੂਰਪ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਨੂੰ ਮਿਲਾਉਂਦਾ ਹੈ? ਉੱਤਰੀ ਅੰਧ ਮਹਾਸਾਗਰ ਮਾਰਗ। ਕਿਹੜਾ ਜਲ ਮਾਰਗ ਯੂਰਪ ਨੂੰ, ਅਮਰੀਕਾ ਨੂੰ ਔਰ ਕੈਨੇਡਾ ਨੂੰ ਜੋੜਦਾ ਹੈ? ਤਾਂ ਉੱਤਰੀ ਅੰਧ ਮਹਾਸਾਗਰ ਮਾਰਗ, ਉੱਤਰੀ ਅੰਧ ਮਹਾਸਾਗਰ ਮਾਰਗ। ਨੈਕਸਟ ਹੈ ਕਿਹੜਾ ਜਲ ਮਾਰਗ ਉੱਤਰੀ ਅਮਰੀਕਾ ਅਤੇ ਦક્ષਿਣੀ ਅਮਰੀਕਾ ਨੂੰ ਏਸ਼ੀਆ ਅਤੇ ਆਸਟ੍ਰੇਲੀਆ ਨਾਲ ਮਿਲਾਉਂਦਾ ਹੈ? ਤਾਂ ਸ਼ਾਂਤ ਪ੍ਰਸਾਗਰ ਮਾਰਗ, ਪੈਸੀਫਿਕ ਓਸ਼ਨ ਹੈ ਜਿਹੜਾ, ਤਾਂ ਇਹ ਕੀ ਕਰਦਾ ਹੈ? ਅਮਰੀਕਾ ਨੂੰ ਕਿਸ ਨਾਲ ਜੋੜਦਾ? ਏਸ਼ੀਆ ਅਤੇ ਆਸਟ੍ਰੇਲੀਆ ਦੇ ਨਾਲ। ਅਮਰੀਕਾ ਨੂੰ ਏਸ਼ੀਆ ਅਤੇ ਆਸਟ੍ਰੇਲੀਆ ਦੇ ਨਾਲ। ਕਿਹੜੀ ਪ੍ਰਸਿੱਧ ਨਹਿਰ ਪਨਾਮਾ ਗਣਰਾਜ ਵਿੱਚੋਂ ਬਣਾਈ ਗਈ ਹੈ? ਪਨਾਮਾ ਨਹਿਰ ਜਿਹੜੀ ਪੈਨਾਮਾ ਕੈਨਾਲ ਹੈ ਉਹ ਕਿੱਥੋਂ ਬਣਾਈ ਗਈ ਹੈ? ਪੈਨਾਮਾ ਗਣਰਾਜ ਤੋਂ। ਪੈਨਾਮਾ ਕੈਨਾਲ ਕਾਫੀ ਇੰਪੋਰਟੈਂਟ ਰਹੇਗੀ, ਯਾਦ ਰੱਖਣੀ। ਸੰਸਾਰ ਦਾ ਉੱਚਤਮ ਤਾਪਮਾਨ 58 ਡਿਗਰੀ ਸੈਲਸੀਅਸ ਕਿਹੜੇ ਸਥਾਨ 'ਤੇ ਮਾਪਿਆ ਜਾਂਦਾ ਹੈ? ਸਹਾਰਾ ਦੇ ਅਜੀਜੀਆ ਸਥਾਨ 'ਤੇ,
सहारा दे अजीजिया स्थान ते। बेसिकली जिहड़ा सहारा डेजर्ट है तो सब तो ज़्यादा टैंपरेचर उत्थे है, तो जिहड़ा टैंपरेचर 58 डिग्री सैल्सीयस पाया जाता है वो कित्थे पाया जाता है? सहारा डेजर्ट दे विच पाया जाता है। लद्दाख नूं चंन धरती क्यों कहा जाता है? लद्दाख नूं चंन धरती कहा जाता है क्योंकि उत्थे पहुँचना ईजी नहीं है। लद्दाख है जिहड़ा वो काफ़ी हाइट, अगर इंडिया दे अगर आपां गल करते हैं तो काफ़ी हाइट वाला इलाका है लद्दाख, और उत्थे नॉर्मल इंसान के लिए काफ़ी ज़्यादा प्रॉब्लम आती है। अगर उसनूं किसी तरीके की हैल्थ प्रॉब्लम है तो वह उत्थे जा ही नहीं सकता। क्यों? क्योंकि उत्थे ऑक्सीजन की काफ़ी ज़्यादा कमी है, और इस तो इलावा ठंड काफ़ी ज़्यादा है, और रहने के लिए काफ़ी ज़्यादा घट सोर्सिस ने उत्थे। इस करके लद्दाख नूं चंन धरती के नाम नाल भी जानिया जाता है। ठीक है, अगर आपां अज दे टाइम की गल करते हैं तो अज की टैक्नोलॉजी के हैल्प के नाल थोड़ा ईजी हो चुका है। ठीक है, पर फिर भी लद्दाख का जिहड़ा इलाका है काफ़ी ज़्यादा कह सकते हैं कि ह्यूमन दे लई अच्छा नहीं है। नैक्सट है लद्दाख नूं जाण लई मुख दर्रे किहड़े हन? ये क्वेश्चन काफ़ी बार पूछा जाता है। पासिस के उत्ते क्वेश्चन पूछा जाता है, इंग्लिश के विच आपां पासिस कहने आ। दर्रे हुंदे ने जिहड़े लद्दाख जाण दे लई किहड़े दर्रे ने? काराकोरम दर्रा और जोजिला दर्रा। काराकोरम दर्रा और जोजिला दर्रा है जिहड़ा ये कित्थे जांदे ने? लद्दाख वल नूं जांदे ने। ठीक है जी। नैक्सट है दक्षिणी अफ्रीका के जोहन्सबर्ग के नेड़े खाना विच की कढ़िया जाता है? दक्षिणी अफ्रीका के जोहन्सबर्ग के नेड़े जिहड़ी खाना ने, जिहड़ी माइनस ने, उन्हां दे विचों की निकलदा है? सोना कित्थों मिलता है? दक्षिणी अफ्रीका के जोहन्सबर्ग खाना तो। दुनिया का सब तो वड्डा दरिया किहड़ा है? दुनिया का सब तो वड्डा दरिया ब्लू सी, नील दरिया, ब्लू सी। सहारा मारूथल कितना लंबा है? सहारा मारूथल की गल करते हैं या सहारा डेजर्ट कितना वड्डा सहारा डेजर्ट है? तकरीबन 56,000 किलोमीटर। 56,000 किलोमीटर। गंगा ब्रह्मपुत्रा के दरिया जो सांझा डेल्टा बनाते हैं उसनूं किस नाम नाल जानिया जाता है? सुंदरबन। गंगा ब्रह्मपुत्रा, गंगा रिवर और ब्रह्मपुत्रा रिवर मिलके एक डेल्टा बनाती है, उस डेल्टा नूं की कहते हैं? सुंदरबन डेल्टा। ठीक है, इस तो इलावा सब तो वड्डा डेल्टा भी किहड़ा है दुनिया का? सुंदरबन डेल्टा। ठीक है, अगर गल करते हैं कित्थे है, किहड़े इंडिया के किहड़े राज दे विच है, तो वैस्ट बंगाल दे विच, या किहड़ी कंट्री दे नाल बॉर्डर शेयर करता है? तो बांग्लादेश दे नाल। ठीक है जी, याद रखना है। नैक्सट है भारती उपमहादीप नूं पूर्व काल विच की कहा जाता सी? हिंदुस्तान या भारत वंश कहा जाता सी? ठीक है जी। भारतीय उपमहादीप विच किहड़े-किहड़े देश शामिल हैं? भारतीय उपमहादीप विच पाकिस्तान, अफगानिस्तान, नेपाल, भूटान, बांग्लादेश और भारत। बेसिकली ये जिहड़े देश सीगे ये सारे इकट्ठे सी किसी टाइम दे विच। उस टाइम भारतीय उपमहादीप के नाम तो जानिया जाता सी हिंदुस्तान। ठीक है जी। नैक्सट है इतिहास के प्राचीन युग और आधुनिक युग के विचकारले समय नूं की कहा जाता है? इतिहास के प्राचीन युग और आधुनिक युग के विचकारले युग नूं की कहा जाता है? मध्यकालीन युग। आपां कहने आ बेसिकली एशियंट एज, मिडीवियल एज और मॉडर्न एज। एशियंट एज प्राचीन युग, मिडीवियल मध्यकालीन युग और मॉडर्न की गल करते हैं आधुनिक युग। नैक्सट है भारत विच किस सदी नूं परिवर्तन की सदी मन्निया गया है? 8वीं सदी नूं। 8वीं सदी नूं इंडिया दे विच परिवर्तन की सदी मन्निया गया, बदलाव की सदी मन्निया गया। चीनिया ने भारत नूं की नाम दिता? अगर चाइनीज़ लोगों की गल करते हैं तो चाइना ने जदों इंडिया दे विच चाइनीज़ आने शुरू होए सी तो वो चाइना नूं इंडिया नूं की नाम के नाम नाल जानते सी? ताइन चू। प्राचीन स्मारक, मंदिर, शिलालेख, सिक्के, बर्तन, गहने आदि किहड़े स्रोत हैं? पुरातत्व स्रोत। स्रोतों के बारे में कल डिस्कस किया सी कि जिहड़े प्राचीन स्मारक ने, मंदिर ने, इन्हों आपां की कहने आ? पुरातत्व स्रोत ने। बाइबल विच भारत नूं की नाम दिता गया? बाइबल दे विच इंडिया नूं की कहा जाता सी? होडू। बाइबल के अनुसार इंडिया नूं होडू कहा जाता सी, चाइनीज़ के अनुसार ताइन चू कहा जाता सी। वैदिक काल दे विच भारत नूं की नाम दिता गया? आर्यावर्त। वैदिक एज दे विच इंडिया नूं आर्यावर्त के नाम तो जानिया जाता सी। गुर्जर प्रतिहार शासक
ਭਾਰਤ ਦੇ ਵਰਤਮਾਨ ਕਿਹੜੇ ਦੋ ਰਾਜਾਂ ਵਿੱਚ ਰਾਜ ਕਰਦੇ ਸਨ? ਗੁਰਜਰ ਪ੍ਰਤਿਹਾਰ ਸ਼ਾਸਕ ਸੀਗੇ ਜਿਹੜੇ, ਇਹ ਰਾਜਸਥਾਨ ਔਰ ਗੁਜਰਾਤ ਦੇ ਵਿੱਚ ਸੀ। ਰਾਜਸਥਾਨ ਔਰ ਗੁਜਰਾਤ ਦੇ ਵਿੱਚ ਜਿਹੜੇ ਆਪਾਂ ਗੁੱਜਰਾਂ ਦੀ ਗੱਲ ਕਰਦੇ ਹਾਂ, ਗੁੱਜਰ ਕਮਿਊਨਿਟੀ ਅੱਜ ਵੀ ਪਾਈ ਜਾਂਦੀ ਹੈ ਰਾਜਸਥਾਨ ਦੇ ਵਿੱਚ ਕਾफ़ੀ ਜ਼ਿਆਦਾ। ਤਾਂ ਰਾਜਸਥਾਨ ਔਰ ਗੁਜਰਾਤ ਦੇ ਵਿੱਚ ਗੁਰਜਰ ਪ੍ਰਤਿਹਾਰ ਸ਼ਾਸਕ ਹੁੰਦੇ ਸੀ। ਗੁਰਜਰ ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਮਿਹਿਰ ਭੋਜ। ਮਿਹਿਰ ਭੋਜ ਯਾਦ ਰੱਖਣਾ। ਅੱਜ ਦੇ ਲਈ ਬਸ ਇੰਨਾ ਹੀ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ। ਸੈਸ਼ਨ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ ਫॉर ਵਾਚਿੰਗ ਦ ਸੈਸ਼ਨ। ਗੁੱਡ ਬਾਏ।